ਇਲੈਕਸ਼ਨਾਂ ਦਾ ਮਿਊਨਸੀਪਲ ਇਲੈਕਸ਼ਨਾਂ ਦੀ ਜਿੱਥੋਂ ਤੱਕ ਗੱਲ ਹੈ ਪੂਰੇ ਜੋਸ਼ੋ ਖਰੋਸ਼ ਨਾਲ ਭਾਰਤੀ ਜਨਤਾ ਪਾਰਟੀ ਮਿਊਨਸੀਪਲ ਇਲੈਕਸ਼ਨਾਂ ਦੇ ਵਿੱਚ ਉਤਰੀ ਹੈ। ਮੈਂ ਜਿੰਦਰ ਸਾਹਿਬ ਪਹਿਲਾਂ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ। ਕਾਲੇ ਕਾਨੂੰਨ ਮੈਂ ਸੋਚਦਾ ਕਿ ਸੁਨਹਿਰੀ ਖੇਤੀ ਦੇ ਸੁਨਹਿਰੀ ਕਾਨੂੰਨ ਜੇ ਉਹ ਇੱਕ ਏਕੜ ਵਾਲਾ FPO ਬਣਾ ਲੈਂਦਾ ਤਾਂ ਉਹ 100 ਕਰੋੜ ਦਾ ਅਡਾਨੀ ਜਿੱਡਾ ਵੱਡਾ ਸ਼ੈਲੀ ਯੂਨਿਟ ਲਾ ਸਕਦਾ। ਜਦੋਂ FPO ਇੱਕ ਇੰਡਸਟਰੀ ਹੈ ਇੱਕ ਤਰ੍ਹਾਂ ਦੀ ਜਿਹੜੀ ਕਿ ਮੈਂ ਕਹਿ ਸਕਦਾ ਕਿਸਾਨਾਂ ਦੀ ਇੰਡਸਟਰੀ ਹੈ। ਮੈਂ ਕਹਿਣਾ ਆਹ 26 ਜਨਵਰੀ ਦੀ ਘਟਨਾ ਤੁਸੀਂ ਦੇਖ ਲਓ, ਪੁਲਿਸ ਵਾਲੇ ਡੰਡੇ ਖਾਈ ਗਏ ਉੱਥੇ, ਮਤਲਬ ਜਿਹੜੀਆਂ ਲੇਡੀ ਕਾਂਸਟੇਬਲ ਸੀ ਉਹਨਾਂ ਨੂੰ ਵੀ ਕੁੱਟਿਆ ਗਿਆ ਔਰ ਕਿਸੇ ਗੋਲੀ ਨਹੀਂ ਚੱਲੀ। ਅੱਜ ਕਿਤੇ ਕਾਂਗਰਸ ਹੁੰਦੀ ਤਾਂ ਤੁਸੀਂ ਸੋਚ ਸਕਦੇ ਸੀ ਸਾਡੇ ਪੰਜਾਬ ਦੇ ਬੱਚੇ ਸੁਰੱਖਿਅਤ ਮੁੜੇ ਆਉਂਦੇ। ਦੇਖੋ, ਦੇਸ਼ ਦੀ ਆਣ ਸ਼ਾਨ ਦੇ ਉੱਤੇ ਜਾਨ ਵੀ ਕੁਰਬਾਨ, ਸਿਆਸਤ ਤਾਂ ਇੱਕ ਪਾਸੇ ਹੈ। ਕਪੂਰ ਸਾਹਿਬ, ਤੁਸੀਂ ਚੀਫ ਐਡੀਟਰ ਹੋ, ਤੁਸੀਂ ਕਿਵੇਂ ਦੇਖਦੇ ਹੋ ਕਿ ਇਲੈਕਸ਼ਨਾਂ ਦੇ ਵਿੱਚ ਇਹਨੂੰ ਖਮਿਆਜ਼ਾ ਨਹੀਂ ਭਰਨਾ ਪਊਗਾ? ਦੇਖੋ, ਜਿਹੜੇ ਕੈਂਡੀਡੇਟ ਨੇ BJP ਦੇ ਖੜੇ ਹੋਏ ਨੇ ਕੈਂਡੀਡੇਟ, ਉਹਨਾਂ ਦੇ ਅੱਗੇ ਜਿਹੜੇ ਕਾਨੂੰਨ ਨੇ 3 ਖੇਤੀ ਕਾਨੂੰਨ, ਕਾਲੇ ਕਾਨੂੰਨ ਜਿਹੜੇ ਕਹੇ ਜਾ ਰਹੇ ਆ, ਉਹਨਾਂ ਨੂੰ ਲੈ ਕੇ ਕੈਂਡੀਡੇਟਾਂ ਨੂੰ ਦਾ ਵੋਟਰਾਂ ਨੂੰ ਜਵਾਬ ਦੇਣਾ ਪਊਗਾ। ਸਾਡੀ ਜਿਹੜੀ ਮਾਨਯੋਗ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿੱਚ ਇੱਕ ਵਫਦ ਕੱਲ੍ਹ ਹੀ ਮਿਲ ਕੇ ਆਏ ਆ ਮਾਨਯੋਗ ਰਾਜਪਾਲ ਜੀ ਨੂੰ ਔਰ ਉੱਥੇ ਜਿਹੜੀ ਬੇਨਤੀ ਵੀ ਕੀਤੀ ਹੈ ਕਿ ਪੰਜਾਬ 'ਚ ਅਮਨੋ ਮਾਨ ਨਾਲ ਜਿਹੜਾ ਇਲੈਕਸ਼ਨ ਹੋਣ। ਕਿਸੇ ਵੀ ਕੈਂਡੀਡੇਟ ਨੂੰ ਸਾਡੇ ਨੂੰ ਡਰਨ ਦੀ, ਘਬਰਾਉਣ ਦੀ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਗੁੰਡੇ ਤੋਂ, ਕਿਸਾਨ ਦਾ ਮਖੌਟਾ ਪਾਈ ਬੈਠੇ ਗੁੰਡੇ ਤੋਂ ਡਰਨ ਘਬਰਾਉਣ ਦੀ ਲੋੜ ਨਹੀਂ। ਦੇਖੋ, ਭੈਣ ਸੁਨੀਤਾ ਗਰਗ, ਮੈਂ ਇੱਕ ਗੱਲ ਉਹਨਾਂ ਬਾਰੇ ਕਹਿਣੀ ਚਾਹੁੰਦਾ ਕਿ ਉਹਨਾਂ ਵਰਗੀ ਦਲੇਰ ਔਰਤ ਪਾਰਟੀ ਦੇ ਵਿੱਚ ਸਾਨੂੰ ਮਾਣ ਆ ਉਹਨਾਂ 'ਤੇ ਕਿ ਸਾਡੇ ਕੋਲੇ ਜਿਹੜਾ ਹੈਗਾ ਭੈਣ ਸੁਨੀਤਾ ਗਰਗ ਵਰਗੀ ਇੱਕ ਦਲੇਰ ਔਰਤ ਹੈ ਜਿਹੜੀ ਕਿਸੇ ਵੀ ਗੁੰਡਈ ਤਾਕਤ ਦੇ ਅੱਗੇ ਨਹੀਂ ਝੁਕਦੀ। ਤਾਂ ਇੱਕ ਕਾਰਜਕਰਤਾ ਮੈਨੂੰ ਮਿਲਾ ਕੇ ਉਹ ਉਹਨਾਂ ਦੇ ਨਾਲ ਚਟਾਨ ਵਾਂਗੂ ਖੜਾ ਹੈ ਔਰ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ। ਮੈਂ ਤੁਹਾਨੂੰ ਸਪਸ਼ਟ ਇਹ ਗੱਲ ਦੱਸਦਾ, ਸਾਡੇ ਜਿਹੜੇ ਵਰਕਰ ਹੈ, ਸਾਡੇ ਜਿਹੜੇ ਕੈਂਡੀਡੇਟ ਹੈ, ਉਹ ਸਾਡੇ ਹੀ ਝੰਡੇ ਨਾਲ ਚੱਲਣਗੇ, ਸਾਡੇ ਨਿਸ਼ਾਨ 'ਤੇ ਚੋਣਾਂ ਲੜ ਰਹੇ ਆ ਔਰ ਕਮਲ ਦੇ ਫੁੱਲ ਦੇ ਨਿਸ਼ਾਨ 'ਤੇ ਜਿੱਤਣ। CCP ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਗੱਲਬਾਤ ਕਰਾਂਗੇ ਕੁਲਦੀਪ ਧਾਰੀਵਾਲ ਜੋ BJP ਦੇ ਪੰਜਾਬ ਦੇ ਕਿਸਾਨ ਮੋਰਚਾ ਦੇ ਅਧਿਕਸ਼ਤਾ ਕਰਦੇ ਆ। ਅਸੀਂ ਗੱਲਬਾਤ ਕਰਦੇ ਇਹਨਾਂ ਨਾਲ ਕਿ ਇਲੈਕਸ਼ਨ ਨੂੰ ਲੈ ਕੇ ਜਿਹੜੇ ਕੈਂਡੀਡੇਟ ਖੜੇ ਹੋਏ ਆ ਨਗਰ ਕੌਂਸਲ ਦੇ ਇਲੈਕਸ਼ਨ ਲੈ ਕੇ, ਉਹਦੇ ਬਾਰੇ ਗੱਲਬਾਤ ਵੀ ਕਰਾਂਗੇ। ਔਰ ਦਿੱਲੀ ਦੇ ਵਿੱਚ ਜਿਹੜਾ ਧਰਨਾ ਲੱਗਿਆ ਅਸੀਂ ਉਹਦੀਆਂ ਵੀ ਕੁਝ ਗੱਲਾਂ ਕਰਾਂਗੇ। ਉਹ ਸਾਡੇ ਨਾਲ ਸੁਨੀਲ ਸਿੰਘ ਕਪੂਰ ਜਿਹੜੇ CCP ਨਿਊਜ਼ ਦੇ ਚੀਫ ਐਡੀਟਰ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਸਭ ਤੋਂ ਪਹਿਲਾਂ ਕੁਲਦੀਪ ਧਾਰੀਵਾਲ, ਤੁਹਾਡਾ ਸਵਾਗਤ ਹੈ CCP ਨਿਊਜ਼ ਦੇ ਵਿੱਚ। ਇਲੈਕਸ਼ਨਾਂ ਦਾ ਲੈ ਕੇ ਤੁਹਾਡੀ ਕਿਸ ਤਰ੍ਹਾਂ ਦੀ ਅਪਡੇਟਿੰਗ ਹੈ, ਸਭ ਤੋਂ ਪਹਿਲਾਂ ਦੱਸੋ। ਬਹੁਤ ਧੰਨਵਾਦ ਜਿੰਦਰ ਸਾਹਿਬ। ਸਭ ਤੋਂ ਪਹਿਲਾਂ ਤੁਹਾਡਾ, ਕਪੂਰ ਸਾਹਿਬ ਦਾ, ਜਿਨ੍ਹਾਂ ਨੇ ਤੁਹਾਡੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਦਿੱਤਾ। ਮੈਂ ਥੋੜ੍ਹਾ ਜਿਹਾ ਆਪਦੇ ਤਾਰੁਫ ਬਾਰੇ ਐਡਿਟ ਕਰਨਾ ਚਾਹੁੰਦਾ ਕਿ ਮੈਂ ਕਿਸਾਨ ਮੋਰਚੇ ਦੀ ਅਧਿਕਸ਼ਤਾ ਨਹੀਂ ਕਰਦਾ। ਸਰਦਾਰ ਬਿਕਰਮਜੀਤ ਸਿੰਘ ਚੀਮਾ ਸਾਡੀ ਯੋਗ ਅਗਵਾਈ ਕਰਦੇ ਨੇ ਅਤੇ ਮੈਂ ਸਕੱਤਰ ਹਾਂ BJP ਪੰਜਾਬ ਮੋਰਚਾ ਜੀ। ਅਤੇ ਇਲੈਕਸ਼ਨਾਂ ਦਾ ਮਿਊਨਸੀਪਲ ਇਲੈਕਸ਼ਨਾਂ ਦੀ ਜਿੱਥੋਂ ਤੱਕ ਗੱਲ ਹੈ ਪੂਰੇ ਜੋਸ਼ੋ ਖਰੋਸ਼ ਨਾਲ ਭਾਰਤੀ ਜਨਤਾ ਪਾਰਟੀ ਮਿਊਨਸੀਪਲ ਇਲੈਕਸ਼ਨਾਂ ਦੇ ਵਿੱਚ ਉਤਰੀ ਹੈ ਔਰ ਸਾਡੇ ਮਾਨਯੋਗ ਅਸ਼ਵਨੀ ਸ਼ਰਮਾ ਜੀ ਦੀ ਯੋਗ ਅਗਵਾਈ ਦੇ ਵਿੱਚ ਦਿਨ ਪਰ ਰਾਤ ਜਿਹੜੀ ਸਾਡੀ ਸਟੇਟ ਇਕਾਈ ਹੈ ਉਹ ਇੱਕ ਕਰ ਰਹੀ ਹੈ, ਸਾਡੀਆਂ ਜ਼ਿਲ੍ਹਾ ਇਕਾਈਆਂ ਵੀ ਇੱਕ ਕਰ ਰਹੀਆਂ। ਔਰ ਮੈਂ ਹੁਣੇ 10 ਮਿੰਟ ਪਹਿਲਾਂ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀ, ਕਰੀਬ 700 ਦੇ ਕਰੀਬ ਟਿਕਟਾਂ ਜਿਹੜੀਆਂ ਹੈਗੀਆਂ ਉਮੀਦਵਾਰਾਂ ਨੂੰ ਵੰਡੀਆਂ ਜਾ ਚੁੱਕੀਆਂ ਔਰ ਮੈਂ ਬੜਾ ਆਸਵੰਦ ਹੈ ਕਿ ਲੋਕ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਵਾਲੀ ਸਰਕਾਰ ਦੇ ਹੱਕ ਵਿੱਚ ਵੋਟ ਪਾਉਣਗੇ ਔਰ ਸਾਡੇ ਉਮੀਦਵਾਰ ਜਿਹੜੇ ਹੈਗੇ ਉਹ ਭਾਰੀ ਗਿਣਤੀ ਵਿੱਚ ਜਿਹੜੇ ਉਹ ਜਿੱਤ ਕੇ ਮਿਊਨਸੀਪਲ ਚੋਣਾਂ ਦੇ ਵਿੱਚ ਸਾਹਮਣੇ ਆਉਣਗੇ। ਜਿਸ ਤਰ੍ਹਾਂ ਦੇ ਕਾਲੇ ਕਾਨੂੰਨ ਬਣੇ ਆ ਉਸ ਨੂੰ ਲੈ ਕੇ ਤੁਹਾਡੇ ਕਈ ਕੈਂਡੀਡੇਟ ਜਿਹੜੇ ਹੈਗੇ ਆ ਖੁੱਲ੍ਹ ਕੇ ਮੂਹਰੇ ਵੀ ਨਹੀਂ ਆਉਂਦੇ, ਤਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਲੈਕਸ਼ਨਾਂ ਦੇ ਵਿੱਚ ਕੋਈ ਰਿਸਪੌਂਸ ਮਿਲੂਗਾ? ਦੇਖੋ, ਮੈਂ ਜਿੰਦਰ ਸਾਹਿਬ ਪਹਿਲਾਂ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ। ਕਾਲੇ ਕਾਨੂੰਨ ਮੈਂ ਸੋਚਦਾ ਕਿ ਸੁਨਹਿਰੀ ਖੇਤੀ ਦੇ ਸੁਨਹਿਰੀ ਕਾਨੂੰਨ ਜਿਹੜੇ ਹੈਗੇ ਆ ਉਹ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਸੰਸਦ ਨੇ ਪਾਸ ਕੀਤੇ। ਠੀਕ ਹੈ ਵੀ ਉਹ ਸਾਡੇ ਕਿਸਾਨ ਭਰਾਵਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਕੁਝ ਖਦਸ਼ੇ ਜਿਹੜੇ ਸੀਗੇ ਉਹਨਾਂ ਨੂੰ ਰਾਜਸੀ ਪਾਰਟੀਆਂ ਨੇ ਇੱਕ ਐਸੀ ਹਾਈਪ ਦੇਤੀ, ਇੱਕ ਐਸੀ ਰੰਗਤ ਦੇਤੀ ਜਿਹੜਾ ਕਿ ਅੱਜ ਉਹ ਕਾਲੇ ਕਾਨੂੰਨ ਕਹਿ ਕੇ ਜਿਹੜਾ ਉਸ ਨੂੰ ਪ੍ਰਚਾਰਿਆ ਜਾ ਰਿਹਾ। ਫਿਰ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਹੱਥ ਜੋੜ ਕੇ ਸਿਰ ਝੁਕਾ ਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਨੀਤੀ 'ਤੇ ਕੰਮ ਕਰ ਰਹੀ ਹੈ। ਬੜੇ ਖੁੱਲ੍ਹੇ ਦਿਲ ਨਾਲ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੱਲ੍ਹ ਵੀ ਕਿਹਾ ਕਿ ਮੈਂ ਇੱਕ ਫ਼ੋਨ ਕਾਲ ਅਵੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਹੁਣ ਇਹ ਵੇਲਾ ਆ ਗਿਆ ਇੱਕ
ਇੱਕ ਐਸਾ ਸਸ਼ਕਤ ਕਾਨੂੰਨ ਬਣਾਉਣ ਦਾ ਮੌਕਾ ਜਿਹੜਾ ਹੈਗਾ ਉਹ ਕਿਸਾਨ ਜਥੇਬੰਦੀਆਂ ਦੇ ਹੱਥ ਵਿੱਚ ਆ ਗਿਆ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਹੈਗਾ, ਆਪਾਂ ਜੇ ਦੇਖੀਏ ਕਿ ਪਿਛਲੇ ਬੜੇ ਲੰਮੇ ਸਮੇਂ ਤੋਂ ਇੱਕ ਕਰਮਜੀਤ ਅਨਮੋਲ ਹੋਰਾਂ ਦਾ ਗਾਣਾ ਆਇਆ ਸੀ, ਸਾਰਾ ਪਿੰਡ ਵਿਕਾਊ ਹੈ। ਤੋਂ ਬੜੇ ਦੁਖੀ ਸੀ ਲੋਕ, ਇਨਵੈਸਟਮੈਂਟ ਨਹੀਂ ਆ ਰਹੀ ਸੀ, ਲੋਕ ਪਿੰਡਾਂ ਦੇ ਪਿੰਡ ਛੱਡ ਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਆ, ਸਾਡੀ ਜਿਹੜੀ ਜਵਾਨੀ ਆ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ। ਸਾਡੇ ਕਿਸਾਨ ਖੁਦ ਹਰ ਰੋਜ਼ 2 ਕਿਸਾਨ ਜਿਹੜੇ ਹੈਗੇ ਉਹ ਖੁਦਕੁਸ਼ੀ ਕਰ ਰਹੇ ਆ ਐਵਰੇਜ ਪੰਜਾਬ ਦੇ ਵਿੱਚ, ਔਰ ਬਹੁਤ ਮੰਦਭਾਗੀ ਗੱਲ ਹੈ। ਧਰਤੀ ਸਾਡੀ ਜ਼ਹਿਰੀਲੀ ਹੋ ਗਈ। ਸਾਡਾ ਜਿਹੜਾ ਅਸੀਂ ਕਣਕ ਤੇ ਝੋਨਾ ਉਗਾ ਕੇ ਦਿੰਦੇ ਆ ਉਹ ਇੰਨਾ ਜ਼ਹਿਰੀਲਾ ਹੈ ਕਿ ਗਰੀਬਾਂ ਨੂੰ ਦੇ ਦਿੰਦੀ ਹੈ ਸਰਕਾਰ, ਤੇ ਗਰੀਬ ਵੀ ਉਹਨੂੰ ਖਾਣ ਤੋਂ ਮੁਨਕਰ ਹੋ ਰਹੇ ਆ। ਉਹ ਮੇਰੇ ਕੋਲੇ ਹੁਣੀ ਥੋੜ੍ਹੇ ਦਿਨ ਪਹਿਲਾਂ ਹੀ ਉੱਡਦੀ ਗੱਲ ਆਈ ਕਿ ਇਹ ਜ਼ਹਿਰੀਲਾ ਖਾਣਾ ਅਸੀਂ ਵੀ ਨਹੀਂ ਖਾਣਾ, ਤਾਂ ਆਪਾਂ ਵੇਚਾਂਗੇ ਕਿੱਥੇ। ਤਾਂ ਮਤਲਬ ਬੜੀ ਇੱਕ ਐਸੀ ਦਸ਼ਾ ਬਣੀ ਹੋਈ ਸੀ ਕਿ ਖੇਤੀ ਦਾ ਬਣੂਗਾ ਕੀ। ਤਾਂ ਭਾਰਤੀ ਖੇਤੀ ਨੂੰ ਬਦਲਣ ਵਾਸਤੇ ਜਿਹੜਾ ਮਾਨਯੋਗ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਦੀ ਅਗਵਾਈ ਦੇ ਵਿੱਚ, ਸਾਡੇ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਸੰਸਦ ਨੇ ਇੱਕ ਕਾਨੂੰਨ ਲੈ ਕੇ ਆਂਦਾ, ਕੋਸ਼ਿਸ਼ ਕੀਤੀ ਉਸ ਨੂੰ ਬਦਲਣ ਦੀ। ਔਰ ਮੈਨੂੰ ਲੱਗਦਾ ਹੈ ਕਿ ਉਸ ਕਾਨੂੰਨ ਦੇ ਰਾਹੀਂ, ਕਿਉਂਕਿ ਜਿਨ੍ਹਾਂ ਨੇ ਵੀ ਉਹ ਕਾਨੂੰਨ ਪੜ੍ਹਿਆ ਉਹਨਾਂ ਨੂੰ ਪਤਾ ਕਿ ਇਸ ਕਾਨੂੰਨ ਦੇ ਰਾਹੀਂ ਇਨਵੈਸਟਮੈਂਟ ਜਿਹੜੀ ਹੈਗੀ ਹੈ ਖੇਤੀ ਸੈਕਟਰ 'ਚ ਆ ਸਕਦੀ ਹੈ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਮੈਂ ਇਕੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਲਈ ਮੰਨਦਾ, ਕਿਉਂਕਿ ਵੈਸੇ ਤਾਂ ਸਭ ਨਹੀਂ, ਆਮ ਆਦਮੀ ਪਾਰਟੀ ਨੇ ਆਪਦੇ ਮੈਨੀਫੈਸਟੋ 'ਚ ਲਿਖਿਆ ਸੀ ਕਿ ਅਸੀਂ ਇੱਦਾਂ ਦੇ ਸੁਧਾਰ ਲੈ ਕੇ ਆਵਾਂਗੇ। ਆਮ ਆਦਮੀ ਪਾਰਟੀ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਕਿ ਅਸੀਂ APMC ਬਦਲ ਦਿਆਂਗੇ, ਮਤਲਬ ਕਿ APMC ਐਕਟ 'ਚ ਹੀ ਬਦਲਾਅ ਕਰ ਦਿਆਂਗੇ। ਕਾਂਗਰਸ ਨੇ ਲਿਖਿਆ ਕੰਟਰੈਕਟ ਫਾਰਮਿੰਗ ਲੈ ਕੇ ਆਵਾਂਗੇ, ਕੰਟਰੈਕਟ ਫਾਰਮਿੰਗ ਐਕਟ ਲੈ ਕੇ ਆਵਾਂਗੇ, APMC ਸੁਧਾਰ ਕਰਾਂਗੇ। ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਅਜਿਹੇ ਲੀਡਰ ਹੈ ਜਿਹੜੇ ਕਿ ਪੰਜਾਬ ਦੇ ਵਿੱਚ ਇੱਕ ਅਗਰੈਸਿਵ ਇਨਵੈਸਟਮੈਂਟ ਲੈ ਕੇ ਆਉਣ ਵਾਲੇ, ਮੈਂ ਉਹਨਾਂ ਨੂੰ ਮੰਨਦਾ, ਕਿਉਂਕਿ ਮੈਂ ਉਹਨਾਂ ਦੇ ਨਾਲ ਪਿਛਲੀਆਂ ਸਰਕਾਰਾਂ 'ਚ, ਹੁਣ ਭਾਵੇਂ ਰਸਤੇ ਵੱਖ ਹੋ ਗਏ ਆ, ਕੰਮ ਕਰਦੇ ਰਹੇ ਹਾਂ। ਜਿਹੜੀਆਂ ਇਨਵੈਸਟਮੈਂਟ ਸਮਿਟਸ ਦੇ ਵਿੱਚ ਮੇਰਾ ਵੀ ਥੋੜ੍ਹਾ ਬਹੁਤਾ ਤੁੱਛਾ ਯੋਗਦਾਨ ਰਹਿੰਦਾ ਸੀ, ਅਸੀਂ ਮੈਨੇਜ ਕਰਦੇ ਰਹੇ ਹਾਂ। ਤਾਂ ਲੋਕਾਂ ਨੂੰ ਖਿੱਚ ਕੇ ਬੰਬੇ ਤੋਂ, ਦੂਜੇ ਥਾਵਾਂ ਤੋਂ ਏਅਰਪੋਰਟ ਬਣਾਏ, ਇੰਨੇ ਹਾਈਵੇ ਬਣਾਏ ਸੈਂਟਰ ਸਰਕਾਰ ਦੀ ਮਦਦ ਨਾਲ, ਤਾਂ ਕਿ ਸਾਰੇ ਜਿਹੜੇ ਲੋਕ ਆ ਉਹ ਪੰਜਾਬ 'ਚ ਇਨਵੈਸਟਮੈਂਟ ਕਰਦੇ ਨੇ। ਅਤੇ ਕਿਸੇ ਵੀ ਤਰੀਕੇ ਸਾਡੀ ਜਵਾਨੀ ਜਿਹੜੀ ਬਾਹਰ ਜਾ ਰਹੀ ਹੈ ਨਾ, ਉਹਨੂੰ ਇੱਥੇ ਹੀ ਨੌਕਰੀਆਂ ਦੇ ਮੌਕੇ ਮਿਲ ਜਾਣ, ਉਹ ਜਾਣ ਨਾ। 5 ਏਅਰਪੋਰਟ ਬਣਾਏ, ਹਰ 2-2 ਘੰਟਿਆਂ ਦੀ ਦੂਰੀ 'ਤੇ ਏਅਰਪੋਰਟ ਹੈ। ਔਰ ਬੰਬੇ ਜਾ ਕੇ ਵੱਡੇ ਇਨਵੈਸਟਰਸ ਨੂੰ ਇਹ ਗੱਲ ਵੀ ਦੱਸੀ ਕਿ ਭਾਈ ਤੁਸੀਂ ਪੰਜਾਬ ਆ ਕੇ ਦੇਖੋ, ਬੰਬੇ ਦਿੱਲੀ ਨਾਲੋਂ ਜ਼ਿਆਦਾ ਮੌਕੇ ਆ। ਇੱਕਦਮ ਚਲੋ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ, ਉਹ ਜ਼ਿੰਮੇਵਾਰੀ ਕਾਂਗਰਸ ਸਰਕਾਰ 'ਤੇ ਸੀ ਉਹ ਇਨਵੈਸਟਮੈਂਟ ਨੂੰ ਰੋਕਣਾ। ਪਰ ਇੱਕਦਮ ਹਨੇਰੀ ਜਿਹੜੀ ਹੈਗੀ ਹੈ ਝੂਠ ਦੀ ਖੜੀ ਕੀਤੀ ਗਈ ਖੇਤੀ ਬਿੱਲਾਂ ਨੂੰ ਲੈ ਕੇ, ਕਿ ਸਾਡੇ ਕੋਲੇ ਉਸ ਵੇਲੇ ਕੁਛ ਐਡਾ ਮੌਕਾ ਨਹੀਂ ਸੀਗਾ ਵੀ ਜਿਹਦੇ ਨਾਲ ਇਨਵੈਸਟਮੈਂਟ ਆ ਸਕੇ, ਛੋਟੇ ਕਿਸਾਨ ਕੋਲੇ ਵੀ ਇਨਵੈਸਟਮੈਂਟ ਆ ਸਕੇ। ਆਹ ਬਿੱਲ ਦੇ ਰਾਹੀਂ ਇਨਵੈਸਟਮੈਂਟ ਆਉਂਦੀ, ਹਰੇਕ ਖੇਤ 'ਚ ਇਨਵੈਸਟਮੈਂਟ ਆ ਸਕਦੀ ਹੈ, ਹਰੇਕ 2 ਏਕੜ ਵਾਲੇ ਕਿਸਾਨ ਕੋਲੇ ਇਨਵੈਸਟਮੈਂਟ ਆ ਸਕਦੀ ਹੈ। ਤਾਂ ਜਦੋਂ ਇਹ ਮੌਕਾ ਆਇਆ ਤਾਂ ਉਹਦੇ ਵਿੱਚ ਜਿਹੜਾ ਨਿੱਜੀ ਕੰਪਨੀਆਂ, ਭਾਰਤੀ ਕੰਪਨੀਆਂ ਦੇ ਵਿਰੁੱਧ ਇੱਕ ਲਾਮਬੰਦੀ ਕੀਤੀ ਕਾਮਰੇਡਾਂ ਨੇ, ਔਰ ਪੋਲੀਟੀਕਲ ਪਾਰਟੀਆਂ ਨੇ ਉਹਨੂੰ ਸਪੋਰਟ ਕੀਤਾ। ਔਰ ਮੈਂ ਮੰਨਦਾ ਪੰਜਾਬ ਦੇ ਵਿੱਚ ਇਨਵੈਸਟਮੈਂਟ ਨੂੰ ਰੋਕਣ ਲਈ ਇਹ ਬਹੁਤ ਕਾਲੇ ਦਿਨ ਸੀ ਔਰ ਬੜੀਆਂ ਮੰਦਭਾਗੀ ਘਟਨਾਵਾਂ ਸੀ। ਉਸ ਤੋਂ ਬਾਅਦ ਜਿਹੜਾ ਆਪਣੇ ਗਣਤੰਤਰ ਦਿਵਸ ਨੂੰ ਤੇ ਸਾਨੂੰ ਸ਼ਰਮਸਾਰ ਹੋਣਾ ਪਿਆ। ਸਾਡੀ ਨੌਜਵਾਨੀ, ਸਾਡੇ ਬੱਚੇ ਇੱਥੋਂ ਪੰਜਾਬ ਦੇ ਵਿੱਚੋਂ ਤਿਰੰਗੇ ਝੰਡੇ ਲਾ ਕੇ ਟਰੈਕਟਰਾਂ 'ਤੇ ਗਏ, ਔਰ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸੀਗਾ, ਮੈਨੂੰ ਲੱਗਦਾ ਸ਼ਾਇਦ ਕਿਤੇ ਨਾ ਕਿਤੇ ਸੀਗਾ ਕਿ ਇੱਕ ਪਾਸੇ ਸਾਡੇ ਫੌਜੀ ਵੀਰ ਪਰੇਡ ਕਰਨਗੇ ਤੇ ਇੱਕ ਪਾਸੇ ਕਿਸਾਨ ਪਰੇਡ ਕਰਨਗੇ। ਦੇਸ਼ ਨੂੰ ਝੁਕਾਉਣ ਦਾ ਤਾਂ ਸੋਚ ਵੀ ਨਹੀਂ ਸਕਦਾ ਕੋਈ। ਜਿਹੜਾ ਪੰਜਾਬ ਦਾ ਬਸ਼ਿੰਦਾ ਹੈ, ਪੰਜਾਬ ਦੇ ਬੱਚੇ ਹੈ, ਜਿਹੜੇ ਯੂਥ ਨੂੰ ਇਹ ਨਸ਼ੇੜੀ ਕਹਿੰਦੇ ਸੀ, ਉਹ ਬੱਚੇ ਕਦੇ ਸੋਚ ਨਹੀਂ ਸਕਦੇ ਇਹਨਾਂ ਦੀ ਗੱਲ। ਪਰ ਉਹਨਾਂ ਦੀ ਅਗਵਾਈ ਕਰਨ ਵੇਲੇ ਕੁਛ ਇਸ ਤਰ੍ਹਾਂ ਦੀਆਂ ਤਾਕਤਾਂ ਆ ਗਈਆਂ ਜਿਨ੍ਹਾਂ ਨੇ ਦਿੱਲੀ ਵਰਸਸ ਪੰਜਾਬ, ਜਿਨ੍ਹਾਂ ਨੇ ਗਾਣੇ ਵੀ ਬਣਾਏ, ਕੁਝ ਸਿੰਗਰ ਵੀ ਸਾਡੇ ਮੇਰੇ ਸਾਰੇ ਛੋਟੇ ਭਰਾ ਹੈ, ਔਰ ਮੈਂ ਕਿਸੇ ਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੇਰੇ ਹੱਥਾਂ ਵਿੱਚ ਵੀ ਬਥੇਰੇ ਨਿਕਲੇ ਆ। ਚਲੋ ਤੁਹਾਡਾ ਸਵਾਲ ਹੈ ਕਿ ਜਗ੍ਹਾ ਜਗ੍ਹਾ 'ਤੇ ਏਅਰਪੋਰਟ ਬਣ ਗਏ, ਸੜਕਾਂ ਬਣ ਗਈਆਂ, ਰੋਜ਼ਮर्रा ਜ਼ਿੰਦਗੀ ਜਿਉਣ ਵਾਲੇ ਨੂੰ ਏਅਰਪੋਰਟ ਨਾਲ ਅਤੇ ਸੜਕਾਂ ਨਾਲ ਕੀ ਮਤਲਬ ਹੈ? ਦੇਖੋ, ਬਹੁਤ ਜਿੰਦਲ ਸਾਹਿਬ ਤੁਸੀਂ ਬੜਾ ਅੱਛਾ ਸਵਾਲ ਕੀਤਾ। ਮੈਂ ਇੱਕ ਗੱਲ ਤੁਹਾਨੂੰ ਇਹਦਾ ਸਿੰਪਲ ਜੀ ਗੱਲ ਦੱਸਦਾ। ਆਪਾਂ ਘਰ ਚਲਾਉਂਦੇ ਹਾਂ, ਆਪਣਾ ਮੇਰਾ ਘਰ ਹੈ, 2 ਕਮਰਿਆਂ ਦਾ ਮੇਰਾ ਘਰ ਹੋਵੇ, ਮੇਰਾ ਪਰਿਵਾਰ ਹੈ, ਮੇਰੇ ਬੱਚੇ। ਹੁਣ ਜੇ ਮੇਰੇ ਘਰੇ ਇਨਵੈਸਟਮੈਂਟ ਆ ਜੇ ਕਿਸੇ ਵੀ ਤਰੀਕੇ, ਮੈਂ ਇਕੱਲਾ ਬੰਦਾ ਮੂਹਰੇ ਸਾਹਮਣੇ ਦੁਕਾਨ ਪਾ ਲਾਂ ਆਪਦੇ ਘਰ ਦੇ ਬਾਹਰ ਦੇ ਵਿੱਚ ਹੀ, ਮੈਨੂੰ ਕਿਸੇ ਬੰਦੇ ਨੇ ਪੈਸੇ ਦੇ ਦਿੱਤੇ, ਬੈਂਕ ਨੇ, ਕਿਸੇ ਨੇ, ਕਿਤੋਂ ਵੀ ਪੈਸਾ ਆ ਗਿਆ,
ਉਹ ਮੇਰੇ ਸਾਰੇ ਪਰਿਵਾਰ ਦੀ ਜ਼ਿੰਦਗੀ ਤੇ ਕੀ ਅਸਰ ਪਾਊਗਾ ਦੱਸੋ ਤੁਸੀਂ। ਸਾਰੇ ਪਰਿਵਾਰ ਦਾ ਇਹ ਕੰਮ ਹੋ ਜਾਊਗਾ ਵੀ ਸਾਡੀ ਦੁਕਾਨ ਨੂੰ ਕੋਈ ਨੁਕਸਾਨ ਨਾ ਹੋ ਜੇ, ਅਸੀਂ ਇਹਦਾ ਔਰਾ ਬਣਾ ਕੇ ਰੱਖਣਾ ਹੈ, ਤੇ ਜੇ ਸਾਨੂੰ ਅੱਜ 10 ਲੱਖ ਮਿਲਿਆ ਤਾਂ ਕੱਲ ਨੂੰ ਕਰੋੜ ਲਿਆਵਾਂਗੇ, ਫਿਰ ਅਸੀਂ ਜਿਹੜਾ ਹੈਗਾ ਅੱਗੇ ਵਧਾਂਗੇ। ਤਾਂ ਉਹ ਸਾਰੇ ਪਰਿਵਾਰ ਦੀ ਜ਼ਿੰਦਗੀ ਵੀ ਉਸੇ ਨੇ ਬਦਲਣੀ ਹੈ, ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਵੀ ਉਸੇ ਤੇ ਆ ਗਈ ਵੀ ਇਹਨੂੰ ਆਪਾਂ ਮਰਨ ਨਹੀਂ ਦੇਣਾ। ਉਵੇਂ ਹੀ ਪੰਜਾਬ ਹੈ, ਇੱਕ ਇੱਕ ਬਸ਼ਿੰਦਾ ਜਿਹੜਾ ਇੱਥੇ ਰਹਿੰਦਾ ਹੈ, ਜੇ ਇਹਦਾ ਮਤਲਬ ਇਹ ਨਹੀਂ ਜੇ ਘਰ ਦੇ ਇੱਕ ਬੰਦੇ ਨੇ ਸਾਡੇ ਨੇ ਦੁਕਾਨ ਪਾਲੀ ਤੇ ਆਪਾਂ ਕਹੀਏ ਦੁਕਾਨ 'ਚ ਹਿੱਸਾ ਤਾਂ ਇਹਦਾ, ਜਦੋਂ ਸਾਰਾ ਕੁਝ ਤਾਂ ਉੱਥੋਂ ਆ ਰਿਹਾ ਨਾ, ਸਾਨੂੰ ਰੋਟੀ ਤਾਂ ਉੱਥੋਂ ਮਿਲ ਰਹੀ ਹੈ, ਤਾਂ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੋ। ਕਿਸੇ ਨੂੰ ਉੱਥੇ ਨੌਕਰੀ ਮਿਲ ਗਈ, ਕਿਸੇ ਦਾ ਉਹਦੇ 'ਚ ਹਿੱਸਾ ਹੈ, ਕੋਈ ਬਾਹਰੋਂ ਸਮਾਨ ਉੱਥੋਂ ਚੱਕ ਕੇ MLM ਰਾਹੀਂ ਵੇਚ ਰਿਹਾ, ਅੱਜ ਕੱਲ੍ਹ ਦੇ ਮਾਡਰਨ ਕਨਸੈਪਟ ਹੈ ਜਿਹੜੇ। ਤਾਂ ਉਵੇਂ ਆਪਾਂ ਗੱਲ ਸੋਚੀਏ, ਜਦੋਂ ਇਨਵੈਸਟਮੈਂਟ ਪੰਜਾਬ 'ਚ ਆਊਗੀ, ਹੁਣ ਇੱਕੋ ਚੀਜ਼ ਦੀ ਰੱਟ, ਸਰਕਾਰੀ ਨੌਕਰੀਆਂ, ਹਰ ਚੀਜ਼ ਸਰਕਾਰੀ ਕਰ ਦਿਓ, ਉਹਦੇ ਨਾਲ ਤਰੱਕੀ ਕਦੇ ਨਹੀਂ ਹੋ ਸਕਦੀ। ਇਹ ਸਕੀਮਾਂ ਫੇਲ ਹੋ ਚੁੱਕੀਆਂ। ਹੁਣ ਜਿੱਧਰ ਨੂੰ ਦੁਨੀਆ ਵੱਧ ਰਹੀ ਉੱਧਰ ਨੂੰ ਜਾਣਾ ਪਊਗਾ, ਇਨਵੈਸਟਮੈਂਟ ਲਿਆਉਣੀ ਪਊਗੀ, ਇਨਵੈਸਟਮੈਂਟ ਫਰੈਂਡਲੀ ਮਾਹੌਲ ਬਣਾਉਣਾ ਪਊਗਾ ਪੰਜਾਬ 'ਚ। ਔਰ ਇਹਦੇ ਨਾਲ ਜੇ ਮੇਰੀ ਰਾਜਨੀਤਿਕ ਸਾਖ ਜਾਂ ਕਿਤੇ ਮੇਰਾ ਕੋਈ ਗੱਲਬਾਤ ਦਾ 'ਤੇ ਵੀ ਲੱਗਦੀ ਹੈ ਗੱਲ ਕਹਿਣ 'ਤੇ, ਮੈਨੂੰ ਕਹਿਣ 'ਤੇ ਕੋਈ ਹਿਚਕਚਾਹਟ ਨਹੀਂ। ਇਨਵੈਸਟਮੈਂਟ ਤੋਂ ਬਿਨਾਂ ਸਾਡੀ ਕੋਈ ਤਰੱਕੀ ਨਹੀਂ ਹੋ ਸਕਦੀ। ਔਰ ਉਹਦੇ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ, ਅਸੀਂ ਸਾਰੇ ਪਰਿਵਾਰ ਦੇ ਮੈਂਬਰ ਹਾਂ, BJP, ਅਕਾਲੀ, ਚਲੋ ਤੁਸੀਂ ਸਾਨੂੰ ਯਾਰ ਜੋ ਮਰਜ਼ੀ ਕਹੀ ਚੱਲੋ, ਵੋਟਾਂ ਪਿੱਛੇ ਗਾਲਾਂ ਕੱਢ ਲਓ, ਸਾਡੇ ਘਰ ਘੇਰ ਲਓ, ਸਾਨੂੰ ਮਾਰ ਦਿਓ, ਸਾਨੂੰ ਕੁੱਟ ਲਓ, ਸਾਡੀਆਂ ਲੱਤਾਂ ਤੋੜ ਦਿਓ, ਇਹਦੇ ਨਾਲ ਪੰਜਾਬ ਨਹੀਂ ਬਚਣ ਵਾਲਾ। ਪੰਜਾਬ ਖੇਤੀ ਸੁਧਾਰ ਨਾਲ ਬਚਣਾ, ਪੰਜਾਬ ਕੋਆਪਰੇਟਿਵ ਮੂਵਮੈਂਟ ਨਾਲ ਬਚਣਾ, ਪੰਜਾਬ ਇਨਵੈਸਟਮੈਂਟ ਲਿਆਉਣ ਨਾਲ ਬਚਣਾ। ਔਰ ਉਹਦੇ ਲਈ ਸਾਰਥਕ ਕਾਨੂੰਨ ਹੋਣੇ ਚਾਹੀਦੇ ਆ। ਤਾਂ ਸਾਰਥਕ ਕਾਨੂੰਨ ਸਾਨੂੰ ਮਿਲਿਆ। ਜੇ ਉਹਦੇ ਵਿੱਚ ਕੋਈ ਦਿੱਕਤ ਆ, ਜੇ ਦਿੱਕਤ ਆ, ਮੁੱਖ ਮੰਤਰੀ ਸਾਹਿਬ ਸਾਹਮਣੇ ਆਉਣ, ਠੀਕ ਹੈ, ਸਾਰੇ ਜਿਹੜੇ ਆਪੋਜੀਸ਼ਨ ਲੀਡਰ ਆ ਉਹ ਸਾਹਮਣੇ ਆਉਣ, MLA ਜਾਣ। ਹੁਣ ਤਾਂ ਸਾਰਿਆਂ ਨੂੰ ਆਹਵਾਨ ਕਰਤਾ ਪ੍ਰਧਾਨ ਮੰਤਰੀ ਜੀ ਨੇ, ਉਹਨਾਂ ਨੇ ਖੁਦ ਕਿਹਾ ਸਾਰੀਆਂ ਪੋਲੀਟੀਕਲ ਪਾਰਟੀਆਂ, ਪੰਜਾਬ ਦੇ ਸਾਰੇ ਬੰਦੇ ਜਾਣ, ਉਹ ਕਹਿਣ ਜੀ ਇੱਦਾਂ ਦਾ ਕਾਨੂੰਨ ਬਣਾ ਦਿਓ ਸਾਨੂੰ। ਕਹਿ ਸਕਦੇ ਆ ਨਾ, ਜਦੋਂ ਪ੍ਰਧਾਨ ਮੰਤਰੀ ਜੀ ਨੇ ਆਹਵਾਨ ਹੀ ਕਰ ਲਿਆ। ਤੁਸੀਂ ਨੈਸ਼ਨਲ ਚੈਨਲਸ ਤੇ ਬਹਿੰਦੇ ਹੋ, ਹਾਂਜੀ, ਤਕਰੀਬਨ ਆਜ ਤੱਕ ਹੋ ਗਿਆ ਜਾਂ ਹੋਰ ਵੀ IBN7 ਹੋ ਗਏ, ਹੋਰ ਕਾਫੀ ਚੈਨਲਾਂ ਤੇ ਬਹਿੰਦੇ ਹੋ, ਔਰ ਨਾਲ ਤੁਸੀਂ FPO ਬਣਾਏ ਹੋਏ ਨੇ। ਹਾਂਜੀ, ਉਹ ਜਿਹੜੇ ਕਾਨੂੰਨ ਨੇ ਬਣੇ 3 ਖੇਤੀ ਕਾਨੂੰਨ ਨੇ, ਔਰ FPO ਦਾ ਕੀ ਕਨੈਕਸ਼ਨ, ਤੁਸੀਂ ਇਹਨੂੰ ਕਿਹੜੇ ਹਿਸਾਬ ਨਾਲ ਲੈਂਦੇ ਹੋ? ਮੈਂ ਕਪੂਰ ਸਾਹਿਬ ਨੇ ਬੜਾ ਅੱਛਾ ਸਵਾਲ ਪੁੱਛਿਆ। ਮੈਂ ਨਾ ਬੜਾ ਦੁਖੀ ਹਾਂ, ਪੀੜਤ ਹਾਂ ਕਈ ਦਿਨਾਂ ਤੋਂ ਕਿ ਕਿਸੇ ਚੈਨਲ 'ਤੇ, ਕਿਉਂਕਿ ਮੈਨੂੰ ਜ਼ਿਆਦਾਤਰ ਚੈਨਲਾਂ 'ਤੇ ਲੋਕ ਖੇਤੀਬਾੜੀ ਦੇ ਤੌਰ 'ਤੇ ਹੀ ਲੈਂਦੇ ਆ, ਪਾਰਟੀ ਦੇ ਤੌਰ 'ਤੇ ਸਿਰਫ ਸਾਡੇ ਜਿਹੜੇ ਸਟੇਟ ਦੇ ਚੈਨਲ ਹੈ ਉੱਥੇ ਮੈਂ ਜਦੋਂ ਮੇਰੀ ਪਾਰਟੀ ਜ਼ਿੰਮੇਵਾਰੀ ਲਾਉਂਦੀ ਹੈ ਤਾਂ ਮੈਂ ਬੁਲਾਰੇ ਦੇ ਤੌਰ 'ਤੇ ਵੀ ਜਾਂਦਾ, ਕਿਉਂਕਿ ਮੈਂ ਪੜ੍ਹਿਆ ਹੋਇਆ ਕਾਨੂੰਨ ਹੈ, ਮੈਂ FPO ਬਣਾ ਰਿਹਾ, ਮੈਂ ਖੇਤੀ ਨਾਲ ਸਿੱਧਾ ਜੁੜਿਆ ਹੋਇਆ, ਉਹਦੇ ਕਰਕੇ ਮੇਰੀ ਜ਼ਿੰਮੇਵਾਰੀ ਲੱਗ ਜਾਂਦੀ ਹੈ ਬੋਲਣ ਦੀ। ਪਰ ਰਾਜਸਟਰੀ ਚੈਨਲਾਂ 'ਤੇ ਜਦੋਂ ਮੈਂ ਜਾਂਦਾ ਤਾਂ ਉੱਥੇ ਮੈਂ ਖੇਤੀਬਾੜੀ ਕਰਕੇ ਹੀ ਜਾਂਦਾ, ਤਾਂ ਉੱਥੇ ਕਈ ਵਾਰੀ ਮੈਨੂੰ ਕੁਐਸਚਨ ਵੀ ਹੋ ਜਾਂਦਾ ਵੀ ਇਹ BJP ਨਾਲ ਜੁੜਿਆ ਹੋਇਆ ਜਾਂ ਇੱਦਾਂ। ਦੇਖੋ, ਜੇ ਮੈਂ ਪਾਰਟੀ ਨਾਲ ਜੁੜਿਆ ਹੋਇਆ ਤੇ ਉਹਦਾ ਕੋਈ ਇਹ ਮਤਲਬ ਨਹੀਂ ਹੈਗਾ ਕਿ ਖੇਤੀ ਬਾਰੇ ਜਾਂ ਮੈਂ ਜਿਹੜਾ ਇਹ ਕੰਮ ਕਰ ਰਿਹਾ FPO ਬਣਾਉਣ ਦਾ, ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ 10,000 ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਨੀ ਹੈ, ਸੈਂਟਰ ਗਵਰਨਮੈਂਟ ਪਾਲਿਸੀ ਹੈ। ਔਰ ਉਹ 10,000 ਮੈਂ ਇਹ ਮੰਨਦਾ ਭਾਵੇਂ ਬਹੁਤ ਜ਼ਿਆਦਾ ਨਹੀਂ, 10,000 ਬਣ ਜਾਣ ਤਾਂ ਇੱਕਦਮ ਬਹੁਤ ਮੂਵਮੈਂਟ ਆਊ, ਪਰ ਜਿੱਡੀ ਸਾਡੀ ਖਲਕਤ ਆ 150 ਕਰੋੜ ਦੀ, ਉਹਦੇ 'ਚ 10,000 ਆਟੇ 'ਚ ਨੂਣ ਹੀ ਹੈ ਜੀ, ਬਹੁਤ ਜ਼ਿਆਦਾ ਦੀ ਲੋੜ ਆ, ਹੋਰ ਜ਼ਿਆਦਾ ਚਾਹੀਦੇ ਆ। ਆਪਣਾ ਜਿਵੇਂ ਸਵਾਮੀ ਰਾਮਦੇਵ ਦੀ ਆਪਾਂ ਗੱਲ ਕਰੀਏ, ਸਾਡੇ ਦੇਸ਼ ਨੂੰ ਇੱਕ ਸਵਾਮੀ ਰਾਮਦੇਵ ਨਹੀਂ, ਸਾਨੂੰ ਘੱਟੋ ਘੱਟ 50,000 ਸਵਾਮੀ ਰਾਮਦੇਵ ਚਾਹੀਦੇ ਆ। FPOs ਨੂੰ ਐਕਸਪਲੇਨ ਕਰਿਆ ਜੀ। FPOs ਨੂੰ ਦੇਖੋ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਪੂਰ ਸਾਹਿਬ ਇੱਕ ਐਸੀ ਚੀਜ਼ ਆ, ਇੱਕ ਏਕੜ ਵਾਲਾ, ਮੰਨ ਲਓ ਵੀ ਤੁਸੀਂ 1 ਏਕੜ ਵਾਲਾ ਕਿਸਾਨ ਆ, ਉਹ 5 ਏਕੜ ਭੂਮੀ ਠੇਕੇ ਤੇ ਲੈਂਦਾ, ਆਪਦੇ ਕੋਲੇ 1 ਏਕੜ, ਉਹ 1 ਏਕੜ ਵਾਲੇ 1000 ਕਿਸਾਨ ਇਕੱਠੇ ਹੋ ਜਾਣ, ਇੱਕ FPO ਬਣਾ ਲਿਆ ਉਹਨਾਂ ਨੇ, ਤਾਂ 1000 ਏਕੜ ਭੂਮੀ ਆ ਗਈ, 1000 ਏਕੜ ਦੀ ਲੈਂਡ ਬੈਂਕ ਬਣ ਗਈ ਉਹ। ਤਾਂ 1000 ਏਕੜ ਨੂੰ ਜੇ ਆਪਾਂ ਮੰਨ ਕੇ ਚੱਲੀਏ 1 ਏਕੜ ਤੇ ਕਿੰਨੀ ਲਿਮਟ ਮਿਲਦੀ ਹੈ? 1 ਲੱਖ ਰੁਪਇਆ, ਇਦੋਂ ਜ਼ਿਆਦਾ ਤਾਂ ਮਿਲਦੀ ਨਹੀਂ। ਤਾਂ 1000 ਏਕੜ ਨੂੰ ਕਿੰਨੀ ਮਿਲ ਗਈ? ਸਾਰੀ 10 ਕਰੋੜ ਰੁਪਇਆ। ਜੇ ਆਪਾਂ ਬੈਂਕ ਦੇ ਵਿੱਚ ਉਹਨਾਂ 1000 ਬੰਦੇ ਨੂੰ ਇਕੱਠਾ ਕਰੀਏ ਤਾਂ 10 ਕਰੋੜ ਰੁਪਇਆ ਬੈਂਕ ਨੇ ਵੰਡਿਆ ਹੋਊਗਾ। ਹੁਣ ਇਹਦਾ ਤੁਹਾਨੂੰ ਮੈਂ ਸਿੱਧਾ 10 ਗੁਣਾ ਕਰੋ, ਜੇ ਉਹ 1 ਏਕੜ ਵਾਲਾ FPO ਬਣਾ ਲੈਂਦਾ ਤਾਂ ਉਹ 100 ਕਰੋੜ ਦਾ ਅਡਾਨੀ ਜਿੱਡਾ ਵੱਡਾ ਸ਼ੈਲੀ ਯੂਨਿਟ ਲਾ ਸਕਦਾ। ਜੁੰਦਲ ਸਾਹਿਬ, ਇਹ ਐਡੀ ਵੱਡੀ ਤਾਕਤ ਹੈ। ਇਹ ਤਾਕਤ ਛੋਟੀ ਨਹੀਂ। ਇਨਵੈਸਟਮੈਂਟ ਆਊਗੀ ਤਾਂ ਕੀ ਉਹ 1 ਏਕੜ ਵਾਲੇ ਦੀ ਜ਼ਿੰਦਗੀ ਨਹੀਂ ਬਦਲੂਗੀ? ਬਦਲੂਗੀ। ਸਾਡੇ ਕੋਲੇ ਅੱਜ 50-50 ਲੱਖ ਦਾ ਕਿੱਲਾ ਹੈ, 20-20 ਲੱਖ ਦਾ ਕਿੱਲਾ ਹੈ, ਤੋ ਪਰ ਉਹਦੇ 'ਤੇ ਸਾਨੂੰ ਮਿਲਦਾ ਕੀ ਆ? 1 ਲੱਖ ਰੁਪਇਆ।
ਉਹ ਜਿਹੜੀ ਕਿਸਾਨ ਦੀ ਫਸਲ ਹੈ ਉਹ ਸਾਰੀ ਦੀ ਸਾਰੀ ਐਫਪੀਓ ਕੋਲੇ ਆਊਗੀ ਜਿਹੜੀ ਫਸਲ ਕਰਨਗੇ। ਹਾਂ ਨਹੀਂ, ਐਫਪੀਓ ਇੱਕ ਵੱਖਰੀ ਚੀਜ਼ ਹੈ। ਮੈਂ ਤਾਕਤ ਦੀ ਗੱਲ ਕੀਤੀ ਹੈ। ਐਫਪੀਓ ਕੀ ਚੀਜ਼ ਹੈਗੀ ਆ ਕਿ 100 ਕਿਸਾਨ 300 ਕਿਸਾਨ ਇਕੱਠੇ ਹੋ ਕੇ ਇੱਕ ਫਸਲ ਨੂੰ ਟਾਰਗੇਟ ਕਰ ਲੈਂਦੇ ਆ। ਜਿਵੇਂ ਮੰਨ ਲਓ ਆਪਾਂ ਅੱਜ ਝੋਨਾ ਕਣਕ ਉਗਾਉਣੇ ਆ, ਆਪਾਂ ਕਣਕ ਤੇ ਬਾਸਮਤੀ ਕਰ ਲਓ, ਤਾਂ ਆਪਾਂ ਆਪਦੇ ਬਾਸਮਤੀ ਨੂੰ ਪੈਕ ਕਰਨ ਵਾਸਤੇ 300 ਕਿਸਾਨ ਜਿੰਨੇ ਵੀ ਸਾਡੀ ਭੂਮੀ ਬਣ ਗਈ, ਆਪਦਾ ਇੱਕ ਇੰਡਸਟਰੀ ਲਾ ਲਈ, ਅਸੀਂ ਕਣਕ ਵਾਸਤੇ ਚੱਕੀ ਲਾ ਲਈ, ਤਾਂ ਅਸੀਂ ਆਪਦਾ ਬਾਸਮਤੀ ਦਾ ਬ੍ਰਾਂਡ ਤੇ ਕਣਕ ਦਾ ਬ੍ਰਾਂਡ ਜਿਹੜਾ ਹੈਗਾ ਉਹ ਬਣਾ ਕੇ ਲੋਕਾਂ ਨੂੰ ਦਿੱਤਾ, ਕੁਛ ਐਕਸਪੋਰਟ ਕੀਤਾ, ਉਹਦਾ ਮਾਡਲ ਬਣਾਇਆ। ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹਨੂੰ ਵੇਚਣ ਤੇ ਲੱਗ ਗਏ, ਔਰ ਸਾਡੇ ਜਿਹੜੇ ਬਾਕੀ ਪਰਿਵਾਰ ਹੈਗਾ ਉਹ ਪ੍ਰੋਡਕਸ਼ਨ ਤੇ ਲੱਗ ਗਿਆ। ਉਹ ਪ੍ਰੋਡਕਸ਼ਨ ਅਸੀਂ ਆਰਗੈਨਿਕ ਕਰ ਲਈ, ਬਾਸਮਤੀ ਦੇ ਤਰੀਕੇ ਬਦਲ ਲਏ, ਜਿਵੇਂ ਜਿਵੇਂ ਡਿਮਾਂਡ ਆਈ ਗਈ ਕੁਛ ਹੋਰ ਚੀਜ਼ਾਂ ਐਡ ਕਰ ਲਈਆਂ। ਤਾਂ ਐਫਪੀਓ ਇੱਕ ਇੰਡਸਟਰੀ ਹੈ ਇੱਕ ਤਰ੍ਹਾਂ ਦੀ, ਜਿਹੜੀ ਕਿ ਮੈਂ ਕਹਿ ਸਕਦਾ ਕਿਸਾਨਾਂ ਦੀ ਇੰਡਸਟਰੀ ਹੈ, ਔਰ ਇੱਕ ਮਾਧਿਅਮ ਹੈ ਜਿਹਦੇ ਨਾਲ ਬਹੁਤ ਸੌਖਾ, ਮੰਡੀ 'ਚ ਨਹੀਂ ਜਾਣਾ, ਕੁਛ ਨਹੀਂ ਕਰਨਾ, ਆਪਦੇ ਘਰੇ ਬੈਠਿਆਂ ਤੁਸੀਂ ਇੱਕ ਆੜਤ ਖੋਲ੍ਹ ਲਈ, ਠੀਕ ਹੈ, ਸਾਰੇ ਕਿਸਾਨਾਂ ਨੇ ਮਿਲ ਕੇ। ਆਰਗੈਨਿਕ ਖੇਤੀ ਨੂੰ ਫੋਲੋ ਕਰੂਗੀ ਨਹੀਂ, ਇਕੱਲੀ ਆਰਗੈਨਿਕ ਨਹੀਂ, ਹਾਂ ਤੁਸੀਂ ਭਾਵੇਂ ਪੈਸਟੀਸਾਈਡ ਵਾਲੀ ਉਹ ਮਤਲਬ ਉਹਦੇ 'ਚ ਲਿਮੀਟੇਸ਼ਨ ਨਹੀਂ, ਇੱਕ ਖਾਕਾ ਹੈ। ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਦੇਖੋ ਆਪਾਂ ਇੱਕ ਪੰਜਾਬ ਦੇ ਵਿੱਚ ਸਿਰ ਧੜ ਲੱਗੀ ਹੈ ਸਾਰੇ ਕੈਂਡੀਡੇਟਾਂ ਦੀ, ਸਾਰੇ ਸਰਕਾਰਾਂ ਦੀ। ਆਪਾਂ ਪੰਜਾਬ ਦੇ ਵਿੱਚ ਇੱਕ ਛੋਟੇ ਜਿਹੇ ਇਲੈਕਸ਼ਨ ਹੈ ਐਮਸੀ ਦੇ, ਤੋਂ ਉਹਨੂੰ ਲੈ ਕੇ ਆਪਾਂ ਦਿੱਲੀ ਸੈਂਟਰ 'ਚ ਚਲੇ ਗਏ ਹਾਂ। ਦਿੱਲੀ ਸੈਂਟਰ ਦੀਆਂ ਗੱਲਾਂ ਆਪਾਂ ਤਾਂ ਕਰ ਰਹੇ ਹਾਂ ਕਿ ਇਹ ਗੱਲਾਂ ਤੁਹਾਡੇ ਸਾਹਮਣੇ ਆਉਣਗੀਆਂ, ਤੁਹਾਨੂੰ ਇਹ ਗੱਲਾਂ ਦੇਣੀਆਂ ਪੈਣੀਆਂ। ਆਪਾਂ ਤਾਂ ਇਹ ਟੌਪਿਕ ਆਪਾਂ ਦਿੱਲੀ ਸੈਂਟਰ ਦੇ ਵਿੱਚ ਲੈ ਗਏ ਹਾਂ। ਜੇ ਤੁਹਾਨੂੰ ਲੱਗਦਾ ਸੀ, ਤੁਸੀਂ ਕਹਿੰਦੇ ਹੋ ਵੀ ਇਹ ਕਾਨੂੰਨ ਬਹੁਤ ਵਧੀਆ, ਗੱਲ ਫਿਰ ਮੁੜ ਕੇ ਆਪਾਂ ਉੱਥੇ ਲੈ ਕੇ ਆਉਂਦੇ ਹਾਂ ਕਿ ਇਹ ਕਾਨੂੰਨ ਇਹ ਬਹੁਤ ਵਧੀਆ। ਜੇ ਵਧੀਆ ਸੀਗੇ ਤੇ ਤੁਹਾਡੀ ਜਿਹੜੀ ਸਰਕਾਰ ਆ ਹੁਣ ਕਿਉਂ ਕਹਿੰਦੀ ਆ ਅਸੀਂ ਇਹਨੂੰ ਡਿਸਮਿਸ ਕਰ ਦਿੰਦੇ ਹਾਂ, ਇਹਨੂੰ ਸਟੇ ਕਰ ਦਿੰਦੇ ਹਾਂ, ਇਹਨੂੰ ਰੋਕ ਲੈਂਦੇ ਹਾਂ, ਇਹਦੇ ਵਿੱਚ ਸੁਧਾਰ ਕਰ ਲੈਂਦੇ ਹਾਂ। ਪਹਿਲਾਂ ਤਾਂ ਕਹਿੰਦੇ ਸੀ ਇੰਨਾ ਵੀ ਨਹੀਂ ਹੋਣਾ, ਹੁਣ ਕਹਿੰਦੇ ਸੁਧਾਰ ਵੀ ਲੈ ਲਓ ਤੁਸੀਂ, ਅਸੀਂ ਇਹਨੂੰ ਰੋਕ ਵੀ ਦਿੰਦੇ ਹਾਂ। ਕੀ ਗੱਲ, ਹੁਣ ਤੁਸੀਂ ਪਿੱਛੇ ਕਿਉਂ ਹਟ ਗਏ? ਦੇਖੋ ਜਿੰਦਲ ਸਾਹਿਬ, ਮੈਂ ਪਹਿਲੀ ਗੱਲ ਇਸ ਗੱਲ ਦਾ ਤੁਹਾਡਾ ਜਵਾਬ ਦੇਣਾ ਚਾਹੁੰਦਾ ਕਿ ਕਦੇ ਵੀ ਇਹ ਗੱਲ ਨਹੀਂ ਹੋਈ ਕਿ ਅਸੀਂ ਇੰਨਾ ਵੀ ਨਹੀਂ ਦੇਣਾ। ਪਹਿਲੇ ਦਿਨ ਤੋਂ ਇਹ ਗੱਲ ਹੈ ਹੋਈ ਹੈ। ਜਦੋਂ ਕਿਸਾਨ ਪੰਜਾਬ ਦੇ ਵਿੱਚ ਬੈਠੇ ਸੀ, ਉਹ ਕਹਿੰਦੇ ਕੁਛ ਮਰਜ਼ੀ ਕਰ ਲਓ, ਇਹਦੇ 'ਚ ਕੁਛ ਨਹੀਂ ਹੋਣਾ, ਜੋ ਮਰਜ਼ੀ ਕਰੋ, ਕੁਛ ਨਹੀਂ ਹੋਣਾ। ਨਹੀਂ, ਉਦੋਂ ਵੀ ਇਹ ਗੱਲ ਸੀ ਕਿ ਜੋ ਲੋੜੀਂਦੇ ਸੁਧਾਰ ਹੈ ਤੁਸੀਂ ਆ ਕੇ ਗੱਲਬਾਤ ਕਰੋ। ਮੈਂ ਪਹਿਲੀ ਕਮੇਟੀ ਦੀ ਤੁਹਾਨੂੰ ਗੱਲ ਦੱਸ ਦਿੰਦਾ, ਜਦੋਂ ਜਦੋਂ ਕਮੇਟੀ ਬਣੀ ਤਾਂ ਸਭ ਤੋਂ ਪਹਿਲਾਂ ਕਿਸਾਨਾਂ ਨੇ ਦਿੱਲੀ ਜਾਣ ਤੋਂ ਮਨਾ ਕੀਤਾ ਸੀ। ਫਿਰ ਪ੍ਰੈਸ਼ਰ ਵੱਧਦਾ ਦੇਖ ਕੇ ਫਿਰ ਉਹਨਾਂ ਨੇ ਕਿਹਾ ਨਹੀਂ ਅਸੀਂ ਦਿੱਲੀ ਜਾਵਾਂਗੇ। ਫਿਰ ਉਹ ਅਧਿਕਾਰੀਆਂ ਨਾਲ ਬੈਠਕ ਹੋਈ, ਤਾਂ ਉਹਦੇ ਵਿੱਚ ਸਰਕਾਰ ਉਦੋਂ ਵੀ ਓਪਨ ਸੀ ਵੀ ਆਓ ਤੁਸੀਂ ਦੱਸੋ ਤੁਹਾਡੇ ਕੀ ਖਦਸ਼ੇ ਹੈ। ਆਪਾਂ ਉਸ ਗੱਲ ਵੱਲ ਮੈਂ ਜਾਣਾ ਨਹੀਂ ਚਾਹੁੰਦਾ, ਮੈਂ ਇਹਨੂੰ ਇਸ ਪਾਸੇ ਲੈ ਕੇ ਆਉਣਾ ਚਾਹੁੰਦਾ ਕਿ ਜਿਹੜੀ ਕਾਨੂੰਨ ਬਿਲਕੁਲ ਸਹੀ ਆਪਦੇ ਤਰੀਕੇ ਨਾਲ ਸਰਕਾਰ ਨੇ ਸੋਚ ਕੇ ਬਣਾਏ। ਕਿਸਾਨ ਭਰਾਵਾਂ ਦੇ ਖਦਸ਼ੇ ਸੀ, ਉਹ ਖਦਸ਼ਿਆਂ ਤੋਂ ਬਾਅਦ ਜਦੋਂ ਸਾਰਾ ਇਹ ਗੁਬਾਰ ਉੱਠਿਆ, ਪ੍ਰਧਾਨ ਮੰਤਰੀ ਜੀ ਜਿਹੜੀ ਨੀਤੀ ਹੈ ਉਹ ਹੱਥ ਜੋੜ ਕੇ ਸਿਰ ਝੁਕਾ ਕੇ ਕੰਮ ਕਰਨ ਦੀ ਹੋਣ ਦੀ ਵਜ੍ਹਾ ਨਾਲ ਸਰਕਾਰ ਨੇ ਬਿਲਕੁਲ ਖੋਲ੍ਹ ਕੇ ਰੱਖਤਾ ਸਾਹਮਣੇ ਕਿ ਲਓ ਭਾਈ ਕੀ ਕਰਨਾ ਚਾਹੁੰਦੇ। ਦੇਖੋ ਜੋ ਸਾਡੀ ਅਗਵਾਈ ਮਾਨਯੋਗ ਪ੍ਰਧਾਨ ਮੰਤਰੀ ਕਰ ਰਹੇ ਆ, ਤਾਂ ਜਦੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਕਿ ਆਪਾਂ ਅੰਨਦਾਤੇ ਮੂਹਰੇ ਹੱਥ ਜੋੜ ਕੇ ਸਿਰ ਝੁਕਾ ਕੇ ਖੜਨਾ, ਮੈਂ ਕਹਿੰਦਾ ਆਹ 26 ਜਨਵਰੀ ਦੀ ਘਟਨਾ ਤੁਸੀਂ ਦੇਖ ਲਓ, ਪੁਲਿਸ ਵਾਲੇ ਡੰਡੇ ਖਾਈ ਗਏ ਉੱਥੇ, ਮਤਲਬ ਜਿਹੜੀਆਂ ਲੇਡੀ ਕਾਂਸਟੇਬਲ ਸੀ ਉਹਨਾਂ ਨੂੰ ਵੀ ਕੁੱਟਿਆ ਗਿਆ ਔਰ ਕਿਸੇ ਗੋਲੀ ਨਹੀਂ ਚੱਲੀ। ਅੱਜ ਕਿਤੇ ਕਾਂਗਰਸ ਹੁੰਦੀ ਤਾਂ ਤੁਸੀਂ ਸੋਚ ਸਕਦੇ ਸੀ ਸਾਡੇ ਪੰਜਾਬ ਦੇ ਬੱਚੇ ਸੁਰੱਖਿਅਤ ਮੁੜੇ ਆਉਂਦੇ। ਨਹੀਂ ਤੇ ਤੁਸੀਂ ਦਰਜਨਾਂ ਕਿਸਾਨ ਵੀ ਤੋਂ ਗਾਇਬ ਕਰਤੇ, ਹਜੇ ਤੱਕ ਘਰ ਹੀ ਨਹੀਂ ਪਹੁੰਚੇਗੇ, ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਆ। ਦੇਖੋ ਕੀ ਉਹ ਮੋਦੀ ਸਰਕਾਰ ਦੀ ਇਹੀ ਪਲਾਨਿੰਗ ਹੈ ਵੀ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਦਹਿਸ਼ਤ ਪੈ ਜੇ ਤੇ ਉਹ ਆਪਣਾ ਜਿਹੜਾ ਹੈਗਾ ਟਾਰਗੇਟ ਛੱਡ ਕੇ ਪਿੱਛੇ ਹੋ ਜਾਣ? ਨਹੀਂ, ਐਸਾ ਕੁਛ ਨਹੀਂ। ਦੇਖੋ ਕਾਨੂੰਨ ਦੇ ਅਨੁਸਾਰ ਕਿਸੇ ਨੂੰ, ਦੇਖੋ ਅੱਜ ਜਿਹੜੀ ਤੁਸੀਂ ਮੈਨੂੰ ਇਹ ਗੱਲ ਦੱਸ ਰਹੇ ਹੋ ਗਾਇਬ ਹੋਣ ਵਾਲੀ, ਕੁਛ ਨੌਜਵਾਨ ਜਿਹੜੇ ਹੈਗੇ ਆ ਪੁਲਿਸ ਨੇ ਮੌਕੇ 'ਤੇ ਗ੍ਰਿਫਤਾਰ ਕੀਤੇ ਔਰ ਉਹ ਤਿਹਾੜ ਜੇਲ੍ਹ 'ਚ ਉਹਦੀ ਲਿਸਟ ਵੀ ਆ ਗਈ ਹੈ। ਔਰ ਉਹਨੂੰ ਇਹ ਕਹਿਣਾ ਕਿ ਸਰਕਾਰ ਨੇ ਗਾਇਬ ਕਰਤੇ, ਐਡੇ ਵੱਡੇ ਬਲੰਡਰ ਕਰਨ ਤੋਂ ਬਾਅਦ ਵੀ ਕਿਸਾਨ ਕਹਿ ਰਹੇ ਆ, ਇਹ ਅਸੀਂ ਨਹੀਂ ਕਹਿ ਰਹੇ, ਕਿਸਾਨ ਕਹਿ ਰਹੇ, ਸਾਡੇ ਬੰਦੇ ਨਹੀਂ ਪਤਾ ਕਿੱਥੇ। ਹਰ ਇੱਕ ਨੂੰ ਕਿਸਾਨ ਦਾ ਚੋਲਾ ਪਾਉਣਾ ਗਲਤ ਹੈ। ਦੇਖੋ ਇਹ ਗੱਲ ਹੁਣ ਮੰਨਣੀ ਪਊ, ਜਿਹੜਾ ਇਹ ਬਲੰਡਰ ਹੋਇਆ 26 ਜਨਵਰੀ ਵਾਲੀ ਗਲਤੀ ਹੋਈ ਹੈ ਤਾਂ ਸ਼ਰਾਰਤੀ ਤੱਤ ਸੀਗੇ, ਪਰ ਇਹਦਾ ਖਮਿਆਜ਼ਾ ਤੁਹਾਨੂੰ ਇਹਦਾ ਖਮਿਆਜ਼ਾ ਪੰਜਾਬ ਦੇ ਵਿੱਚ ਤੁਹਾਨੂੰ ਨਗਰ ਕੌਂਸਲ ਦੇ ਵਿੱਚ ਜ਼ਰੂਰ ਭੁਗਤਣਾ ਪਊ ਮੇਰੇ ਖਿਆਲ ਤੋਂ। ਦੇਖੋ ਦੇਸ਼ ਦੀ ਆਣ ਸ਼ਾਨ ਦੇ ਉੱਤੇ ਜਾਨ ਵੀ ਕੁਰਬਾਨ, ਸਿਆਸਤ ਤਾਂ ਇੱਕ ਪਾਸੇ ਹੈ। ਜੇ ਕੋਈ ਗਣਤੰਤਰ ਦਿਵਸ ਦੇ ਉੱਤੇ ਜਿਨ੍ਹਾਂ ਲੋਕਾਂ ਨੇ, ਭਾਵੇਂ ਉਹ ਕੋਈ ਵੀ ਹੈ, ਜਿਨ੍ਹਾਂ ਲੋਕਾਂ ਨੇ ਗਣਤੰਤਰ ਦਿਵਸ ਤੇ ਦੇਸ਼ ਦਾ ਸਿਰ ਝੁਕਾਇਆ, ਕਾਨੂੰਨ ਦੇ ਤਹਿਤ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਇਹਦੇ ਹਮਾਇਤੀ ਅੱਜ ਵੀ ਆ, ਕੱਲ੍ਹ ਵੀ ਆ ਤੇ ਰਹਾਂਗੇ। ਇਹ ਕੋਈ ਇਲੈਕਸ਼ਨਾਂ ਵਾਸਤੇ ਜਾਂ ਕਿਸੇ ਝੁਕਾਅ ਮੂਹਰੇ ਆ ਕੇ ਉਹਨਾਂ ਲੋਕਾਂ ਨੂੰ ਬਚਾਉਣਾ, ਇਹ ਭਾਰਤੀ ਜਨਤਾ ਪਾਰਟੀ ਕਦੇ ਕੰਮ ਨਹੀਂ ਕਰੂਗੀ। ਕਪੂਰ ਸਾਹਿਬ, ਤੁਸੀਂ ਚੀਫ ਐਡੀਟਰ ਹੋ, ਤੁਸੀਂ ਕਿਵੇਂ ਦੇਖਦੇ ਹੋ ਕਿ ਇਲੈਕਸ਼ਨਾਂ ਦੇ ਵਿੱਚ ਇਹਨੂੰ ਖਮਿਆਜ਼ਾ ਨਹੀਂ ਭਰਨਾ ਪਊਗਾ? ਦੇਖੋ ਜਿਹੜੇ ਕੈਂਡੀਡੇਟ ਨੇ ਬੀਜੇਪੀ ਦੇ ਖੜੇ ਹੋਏ ਨੇ ਕੈਂਡੀਡੇਟ,
ਉਹਨਾਂ ਦੇ ਅੱਗੇ ਜਿਹੜੇ ਕਾਨੂੰਨ ਨੇ 3 ਖੇਤੀ ਕਾਨੂੰਨ, ਕਾਲੇ ਕਾਨੂੰਨ ਜਿਹੜੇ ਕਹੇ ਜਾ ਰਹੇ ਆ, ਉਹਨਾਂ ਨੂੰ ਲੈ ਕੇ ਕੈਂਡੀਡੇਟਾਂ ਨੂੰ ਵੋਟਰਾਂ ਨੂੰ ਜਵਾਬ ਦੇਣਾ ਪਊਗਾ। ਕਿਸਾਨਾਂ ਨੇ ਮੀਟਿੰਗ ਕੀਤੀ ਹੈ, ਉਹ ਕਹਿੰਦੇ ਆ ਕਿ ਉਹਨਾਂ ਦੀ ਪੂਰੀ ਪਲਾਨਿੰਗ ਹੋ ਗਈ ਹੈ। ਸਵੇਰੇ ਉਹਨਾਂ ਨੇ ਗੱਡੀ ਨਾਲ ਲੈ ਕੇ ਜਿੱਥੇ ਤੁਹਾਡੇ ਬੀਜੇਪੀ ਦੇ ਕੈਂਡੀਡੇਟ ਜਾਣਗੇ, ਉਹ ਕਹਿੰਦੇ ਜੇ ਗੱਡੀ 'ਚ ਜਾਣਗੇ ਅਸੀਂ ਗੱਡੀ 'ਤੇ ਪਿੱਛਾ ਕਰਾਂਗੇ, ਜੋ ਤੁਰ ਕੇ ਜਾਣਗੇ ਤੁਰ ਕੇ ਪਿੱਛਾ ਕਰਾਂਗੇ, ਅਤੇ ਅਸੀਂ ਉਹਨਾਂ ਦਾ ਘਿਰਾਓ ਕਰਾਂਗੇ। ਦੇਖੋ, ਕਿਸਾਨ ਭਰਾਵਾਂ ਦਾ ਕੋਈ ਵੀ ਗੁੱਸਾ ਗਿਲਾ, ਉਹ ਸਾਡੇ 'ਤੇ ਹਮਲਾ ਕਰਨ, ਸਾਡੀਆਂ ਲੱਤਾਂ ਤੋੜ ਦੇਣ, ਮਾਰ ਦੇਣ ਸਿਰ ਮੱਥੇ, ਇਸ ਗੱਲ 'ਤੇ ਕੋਈ ਵੀ ਟਿੱਪਣੀ ਨਹੀਂ। ਉਹ ਸਾਡੇ ਭਰਾ ਜਿੱਥੇ ਰੱਖਣਾ ਚਾਹੁੰਦੇ ਆ, ਜੇ ਉਹਨਾਂ ਨੇ ਸਿਰ ਦਾ ਤਾਜ ਬਣਾਉਣਾ ਤਾਂ ਸਿਰ 'ਤੇ ਬਿਠਾ ਲੈਣਾ, ਜੇ ਉਹਨਾਂ ਨੇ ਭੁੰਜੇ ਰੱਖਣਾ ਤਾਂ ਅਸੀਂ ਭੁੰਜੇ ਬੈਠ ਜਾਣਾ। ਪਰ ਜਿਹੜੇ ਉਹਨਾਂ ਦਾ ਨਕਾਬ ਪਹਿਨ ਕੇ ਰਾਜਸੀ ਗੁੰਡੇ ਕੁਛ ਕਰਨਾ ਚਾਹੁਣਗੇ ਤਾਂ ਅਸੀਂ ਪੂਰਾ ਹਿੱਕ ਠੋਕ ਕੇ ਜਵਾਬ ਦੇਵਾਂਗੇ। ਕੋਈ ਵੀ ਬੀਜੇਪੀ ਦਾ ਵਰਕਰ ਇਸ ਤਰ੍ਹਾਂ ਦੇ ਗੁੰਡੇ ਅਨਸਰਾਂ ਤੋਂ ਡਰਨ ਵਾਲਾ ਨਹੀਂ, 1% ਵੀ ਡਰਨ ਵਾਲਾ ਨਹੀਂ। ਔਰ ਤੁਸੀਂ ਜਿਵੇਂ ਕਹਿੰਦੇ ਸੀ ਬੀਜੇਪੀ ਨੂੰ ਤਾਂ ਜੀ ਸਾਰਾ ਪਹਿਲਾਂ ਮੀਡੀਆ ਵੀ ਕਹਿੰਦਾ ਸੀ ਕਿ ਕੋਈ ਕੈਂਡੀਡੇਟ ਨਹੀਂ ਚਾਹੁੰਦੇ, 700 ਕੈਂਡੀਡੇਟ ਜਿਹੜੇ ਹੈਗੇ ਅੱਜ ਅਨਾਊਂਸ ਹੋ ਚੁੱਕੇ ਹੈ, ਔਰ ਬਕਾਇਦਾ ਅਸੀਂ ਇਲੈਕਸ਼ਨ ਵੀ ਲੜਾਂਗੇ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਕੱਲੇ ਲੜਾਂਗੇ ਨਹੀਂ, ਬਕਾਇਦਾ ਇਲੈਕਸ਼ਨ ਜਿੱਤਾਂਗੇ ਵੀ। ਤੁਹਾਡੇ ਸਾਹਮਣੇ ਜਦੋਂ ਇਲੈਕਸ਼ਨਾਂ ਤੋਂ ਬਾਅਦ ਅਸੀਂ ਇੰਟਰਵਿਊ ਕਰਾਂਗੇ, ਮੈਂ ਤੁਹਾਨੂੰ ਦਿਖਾਊਂਗਾ ਕਿ ਕੀ ਜਲਵਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦਾ ਜਿਹੜਾ ਉਹ ਸਾਹਮਣੇ ਆਊਗਾ ਪੰਜਾਬ ਦੇ ਵਿੱਚ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਤੁਹਾਨੂੰ ਕੀ ਸਪੋਰਟ ਹੈ ਕੈਂਡੀਡੇਟਸ ਨੂੰ, ਤੁਹਾਨੂੰ ਜਿਹੜੇ ਬੀਜੇਪੀ ਕੈਂਡੀਡੇਟਸ ਨੇ ਉਹਨਾਂ ਨੂੰ? ਦੇਖੋ, ਜ਼ਿਲ੍ਹਾ ਪ੍ਰਸ਼ਾਸਨ ਜੀ ਜੇ ਆਪਾਂ ਗੱਲ ਕਰੀਏ, ਸਰਕਾਰ ਪਿਛਲੇ ਦਿਨੀ ਜਦੋਂ ਇਹ ਘਟਨਾਵਾਂ ਟਾਵਰ ਵਗੈਰਾ ਜਦੋਂ ਉਖਾੜਨੇ ਗੁੰਡਾ ਤੰਤਰਾਂ ਨੇ ਸ਼ੁਰੂ ਕੀਤੇ ਸੀ, ਉਸ ਤੋਂ ਬਾਅਦ ਸਰਕਾਰ ਨੇ ਜਿਹੜਾ ਬੜੇ ਹਾਰਡ ਸਟੈਪਸ ਲਏ ਆ। ਔਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਰਕਾਰ ਚੁਕੰਨੀ ਵੀ ਹੋਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋਵੇ। ਅਤੇ ਸਾਡੀ ਜਿਹੜੀ ਮਾਨਯੋਗ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਵਿੱਚ ਇੱਕ ਵਫਦ ਕੱਲ੍ਹ ਹੀ ਮਿਲ ਕੇ ਆਏ ਆ ਮਾਨਯੋਗ ਰਾਜਪਾਲ ਜੀ ਨੂੰ, ਔਰ ਉੱਥੇ ਜਿਹੜੀ ਬੇਨਤੀ ਵੀ ਕੀਤੀ ਹੈ ਕਿ ਪੰਜਾਬ 'ਚ ਅਮਨੋ ਮਾਨ ਨਾਲ ਜਿਹੜਾ ਇਲੈਕਸ਼ਨ ਹੋਣ। ਕਿਸੇ ਵੀ ਕੈਂਡੀਡੇਟ ਨੂੰ ਸਾਡੇ ਨੂੰ ਡਰਨ ਦੀ, ਘਬਰਾਉਣ ਦੀ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਗੁੰਡੇ ਤੋਂ, ਕਿਸਾਨ ਦਾ ਮਖੌਟਾ ਪਾਈ ਬੈਠੇ ਗੁੰਡੇ ਤੋਂ ਡਰਨ ਘਬਰਾਉਣ ਦੀ ਲੋੜ ਨਹੀਂ। ਸਾਨੂੰ ਇਸ ਗੱਲ ਦਾ ਪੂਰਾ ਮਾਣ ਹੈ ਕਿ ਸਾਡੇ ਕਿਸਾਨ, ਸਾਡੇ ਦੇਸ਼ ਦਾ ਅੰਨਦਾਤਾ ਸਾਡੇ ਨਾਲ ਹੈ। ਜਿਨ੍ਹਾਂ ਲੋਕਾਂ ਨੇ ਅੰਨਦਾਤੇ ਨੂੰ ਬਦਨਾਮ ਕੀਤਾ ਔਰ ਅੱਜ ਵੀ ਉਹਦਾ ਮਖੌਟਾ ਪਾ ਕੇ ਗੁੰਡਾਈ ਤਾਕਤਾਂ ਜਿਹੜੀਆਂ ਹੈਗੀਆਂ, ਉਹ ਮੈਂ ਹਰਲ ਕਰਦੇ ਸ਼ਬਦ ਵਰਤੂੰਗਾ ਕਿ ਉਹ ਫਿਰਦੀਆਂ, ਉਹਨਾਂ ਨੂੰ ਮੂੰਹ ਤੋੜਵਾ ਜਵਾਬ ਜਿਹੜੇ ਹੈਗੇ ਆ ਉਹ ਸਾਡੇ ਕਿਸਾਨ ਭਰਾ ਦੇਣਗੇ। ਵਾਰਡ ਦੇ ਵਿੱਚ ਜਦੋਂ ਕੈਂਡੀਡੇਟ ਖੜਾ ਹੁੰਦਾ, ਕੋਈ ਨਾ ਕੋਈ ਉਹਦੇ ਕੋਲ ਮੁੱਦਾ ਹੁੰਦਾ ਉਹਨੂੰ ਜਿੱਤਣ ਵਾਸਤੇ, ਵੀ ਮੈਂ ਆਹ ਚੀਜ਼ ਹੀ ਕਰੂੰਗਾ ਅਤੇ ਮੈਨੂੰ ਤੁਸੀਂ ਜਿਤਾਓ। ਤੁਸੀਂ ਪੰਜਾਬ ਦੇਖਦੇ ਹੋ, ਕਿਸ ਮੁੱਦੇ ਨੂੰ ਲੈ ਕੇ ਤੁਹਾਨੂੰ ਲੋਕ ਜੇ ਹੈਗਾ ਵੀ ਵੋਟ ਪਾਉਣ, ਕੀ ਮੁੱਦਾ ਤੁਹਾਡੇ ਕੋਲ, ਤੁਸੀਂ ਕੀ ਕਰੋਗੇ ਇਹਦੇ ਵਿੱਚ, ਤੁਹਾਡੇ ਜਿਹੜੇ ਕੈਂਡੀਡੇਟ ਜਿੱਤੇ ਆ? ਦੇਖੋ, ਮਿਊਨਸੀਪਲ ਚੋਣਾਂ ਪਹਿਲੀ ਗੱਲ ਤਾਂ ਜਿਹੜੀਆਂ ਹੁੰਦੀਆਂ ਇਹ ਜ਼ਮੀਨੀ ਕੈਂਡੀਡੇਟ ਨਾਲ ਜੁੜੀਆਂ ਹੁੰਦੀਆਂ, ਔਰ ਉਹ ਕੈਂਡੀਡੇਟ ਦੇ ਆਧਾਰ 'ਤੇ ਹੀ ਚੋਣਾਂ ਜਿਹੜੀਆਂ ਹੈਗੀਆਂ ਇਹ ਉਹਦੇ ਕੱਦ, ਉਹਦੇ ਹਿਸਾਬ, ਉਹਦੇ ਕੰਮ ਕਰਨ ਦੇ ਤਰੀਕੇ ਦੇ ਨਾਲ, ਇਹਦੇ 'ਚ ਪਾਰਟੀ ਦਾ ਬਹੁਤਾ ਯੋਗਦਾਨ ਕਈ ਵਾਰੀ ਨਹੀਂ ਹੁੰਦਾ। ਪਰ ਭਾਰਤੀ ਜਨਤਾ ਪਾਰਟੀ ਦਾ ਜਿੱਥੋਂ ਤੱਕ ਸਵਾਲ ਹੈ, ਔਰ ਜਿਹੜਾ ਮੌਜੂਦਾ ਅੱਜ ਦੀ ਘੜੀ ਦੇ ਵਿੱਚ ਜਿਹੜਾ ਸਾਡੇ 'ਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ 'ਤੇ ਸੰਕਟ ਹੈ, ਮੈਂ ਇਸ ਗੱਲ ਨੂੰ ਬੜਾ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਜਦੋਂ 2 ਐਮਪੀਆਂ ਦੀ ਪਾਰਟੀ ਸੀ ਉਦੋਂ ਵੀ ਸੰਕਟ 'ਚ ਨਹੀਂ ਸੀ, ਅਤੇ ਅੱਜ ਜਦੋਂ 400 ਐਮਪੀਆਂ ਦੀ ਪਾਰਟੀ ਹੈ ਤਾਂ ਉਦੋਂ ਵੀ ਸੰਕਟ ਦੇ ਵਿੱਚ ਨਹੀਂ। ਪੰਜਾਬ ਦੇ ਵਿੱਚ ਤੁਹਾਨੂੰ ਸ਼ਾਇਦ ਇੱਕ ਗੱਲ ਤੁਸੀਂ ਭੁੱਲ ਗਏ ਹੋਵੋਗੇ, ਕਰੋਨਾ ਕਾਲ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜੀ ਦੀ ਇੱਕ ਆਵਾਜ਼ ਦੇ ਉੱਤੇ ਸਾਰੇ ਪੰਜਾਬੀਆਂ ਨੇ ਮੋਮਬੱਤੀਆਂ ਜਗਾਈਆਂ, ਦੀਵੇ ਜਗਾਏ ਔਰ ਥਾਲੀਆਂ ਖੜਕਾਈਆਂ, ਔਰ ਕਿਸ ਤਰੀਕੇ ਨਾਲ ਪੂਰੇ ਅਨੁਸ਼ਾਸਨ ਦੇ ਵਿੱਚ ਕਰੋਨਾ ਦਾ ਜਿਹੜਾ ਲਾਕਡਾਊਨ ਹੈ ਉਹ ਪ੍ਰਧਾਨ ਮੰਤਰੀ ਜੀ ਦੇ ਆਹਵਾਨ 'ਤੇ ਕੱਢਿਆ। ਤਾਂ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਚਾਹੁਣ ਵਾਲੇ ਜਿਹੜੇ ਹੈਗੇ ਆ, ਉਹ ਪੰਜਾਬ ਦੇ ਵਿੱਚ ਵੋਟਰ ਜਿਹੜੇ ਆ ਉਹ ਬੀਜੇਪੀ ਨੂੰ, ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਨਗੇ, ਮੇਰਾ ਇਹ ਮੰਨਣਾ ਹੈ। ਔਰ ਇਹਦਾ ਨਤੀਜਾ ਮਿਊਨਸੀਪਲ ਚੋਣਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਊਗਾ। ਔਰ ਜਿਹੜੀਆਂ ਗੁੰਡਾਈ ਤਾਕਤਾਂ ਕਿਸਾਨ ਦਾ ਮਖੌਟਾ ਪਾ ਕੇ ਪਰੇਸ਼ਾਨ ਕਰ ਰਹੀਆਂ ਬੀਜੇਪੀ ਕੈਂਡੀਡੇਟਾਂ ਨੂੰ, ਉਹ ਸਾਰਾ ਰਿਜ਼ਲਟ ਉਹਨਾਂ ਦੇ ਸਾਹਮਣੇ ਆਊਗਾ। ਕੋਟਕਪੂਰਾ ਦੇ ਬੀਜੇਪੀ ਦੇ ਜਨਰਲ ਸਕੱਤਰ ਸੁਨੀਤਾ ਗਰਗ ਟਿਕਟਾਂ ਲੈ ਕੇ ਤੁਰੇ ਫਿਰਦੇ ਆ ਵੀ ਸਾਡੀ ਟਿਕਟ ਲੈਓ, ਕੋਈ ਟਿਕਟ ਨਹੀਂ ਲੈ ਰਿਹਾ। ਤੁਸੀਂ ਕਹਿੰਦੇ ਅਸੀਂ ਜਿੱਤਾਂਗੇ, ਕਿਸ ਤਰ੍ਹਾਂ ਕੋਈ ਟਿਕਟ ਤਾਂ ਕੋਈ ਲੈ ਕੇ ਨਹੀਂ ਰਾਜੀ, ਅਤੇ ਤੁਹਾਨੂੰ ਲੱਗਦਾ ਤੁਹਾਡੇ ਕੈਂਡੀਡੇਟ ਜਿੱਤ ਵੀ ਸਕਦੇ ਆ? ਨਿੰਦਰ ਸਾਹਿਬ, ਵੈਸੇ ਮੈਨੂੰ ਤਾਂ ਕਿਤੇ ਲੱਗਿਆ ਨਹੀਂ ਇੱਦਾਂ ਦੀ ਗੱਲ। ਦੇਖੋ, ਭੈਣ ਸੁਨੀਤਾ ਗਰਗ, ਮੈਂ ਇੱਕ ਗੱਲ ਉਹਨਾਂ ਬਾਰੇ ਕਹਿਣੀ ਚਾਹੁੰਦਾ ਕਿ ਉਹਨਾਂ ਵਰਗੀ ਦਲੇਰ ਔਰਤ ਪਾਰਟੀ ਦੇ ਵਿੱਚ ਸਾਨੂੰ ਮਾਣ ਆ ਉਹਨਾਂ 'ਤੇ
ਕਿ ਸਾਡੇ ਕੋਲੇ ਜਿਹੜਾ ਹੈਗਾ ਭੈਣ ਸੁਨੀਤਾ ਗਰਗ ਵਰਗੀ ਇੱਕ ਦਲੇਰ ਔਰਤ ਹੈ ਜਿਹੜੀ ਕਿਸੇ ਵੀ ਗੁੰਡਈ ਤਾਕਤ ਦੇ ਅੱਗੇ ਨਹੀਂ ਝੁਕਦੀ। ਰਹੀ ਟਿਕਟਾਂ ਦੀ ਗੱਲ, ਟਿਕਟਾਂ ਜਿਹੜੀਆਂ ਹੈਗੀਆਂ, ਮੈਂ ਤੁਹਾਨੂੰ ਆਪਦੀ ਗੱਲ ਦੱਸਦਾ, 3 ਕੈਂਡੀਡੇਟ ਜਿਹੜੇ ਹੈਗੇ ਆ ਮੈਂ ਸਿਫਾਰਿਸ਼ ਕੀਤੇ ਸੀ। ਹੁਣ ਮੈਂ ਵਾਰਡਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ, ਅੰਦਰਲੀ ਗੱਲ ਹੈ। ਮੈਂ ਸਿਫਾਰਿਸ਼ ਕੀਤੇ ਸੀ ਔਰ ਮੈਂ ਉੱਥੇ ਇੰਨਾ ਕੰਪੀਟੀਸ਼ਨ ਸੀ ਕਿ ਸਾਨੂੰ ਮਤਲਬ ਕਿ ਪੂਰਾ ਜ਼ੋਰ ਲਾ ਕੇ ਮੇਰੇ ਕਹਿਣ ਦੇ ਬਾਵਜੂਦ ਵੀ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਹਾਲਾਂਕਿ ਪ੍ਰੈਸ ਦੇ ਵਿੱਚ ਕੋਈ ਕੈਂਡੀਡੇਟ ਇਹ ਨਹੀਂ ਗੱਲ ਕਹਿੰਦਾ ਹੁੰਦਾ ਕੋਈ ਪਾਰਟੀ ਵਾਲਾ ਵੀ, ਕਿਉਂਕਿ ਅਗਲਾ ਕਹਿੰਦਾ ਮੇਰਾ ਕੱਦ ਘੱਟਦਾ, ਕੁਲਦੀਪ ਧਾਲੀਵਾਲ ਦੇ ਕਹਿਣ 'ਤੇ ਬਿਲਕੁਲ ਟਿਕਟ ਨਹੀਂ ਮਿਲੀ। ਪਰ ਉੱਥੇ ਕੈਂਡੀਡੇਟ ਜਿਹੜੇ ਅੱਛੇ ਸੀ, ਜਦੋਂ ਅਸੀਂ ਬੈਠ ਕੇ ਸੋਚਿਆ ਵੀ ਜਿਹੜੇ ਕੈਂਡੀਡੇਟ ਨੂੰ ਮੈਂ ਟਿਕਟ ਦਵਾ ਰਿਹਾ ਸੀ ਸ਼ਾਇਦ ਮਤਲਬ ਕਿ ਉਹ ਨਾ ਜਿੱਤ ਪਾਉਂਦਾ, ਤਾਂ ਅਸੀਂ ਵਿਨਿੰਗ ਕੈਂਡੀਡੇਟਸ ਨੂੰ ਡਿਸਾਈਡ ਕੀਤਾ। ਤਾਂ ਵਿਨਿੰਗ ਕੈਂਡੀਡੇਟਸ ਨੂੰ ਸਾਰਿਆਂ ਨੇ ਬੈਠ ਕੇ ਮਾਸਟਰ ਹਰਬੰਸ ਲਾਲ ਜੀ, ਜੈਪਾਲ ਜੀ, ਭੈਣ ਸੁਨੀਤਾ ਜੀ, ਜਿੰਨੇ ਵੀ ਸੀਨੀਅਰ ਸਾਡੇ ਸ਼ਾਮ ਲਾਲ ਮਹਿੰਗੀ ਜੀ, ਤੋ ਜਿੰਨੇ ਵੀ ਸੀਨੀਅਰ ਮੇਰੇ ਤੋਂ ਤਾਂ ਸਾਰੇ ਬਹੁਤ, ਉਹਨਾਂ ਦਾ ਤਜਰਬਾ ਬੜਾ ਵੱਡਾ, ਮੇਰੀ ਤਾਂ ਸਿਰਫ ਮੈਂ ਇੱਕ ਸਲਾਹ ਜਿਹੜੀ ਹੈਗੀ ਉਹਨਾਂ ਨੂੰ ਕਿਤੇ ਦੇ ਸਕਦਾ ਹਾਂ। ਔਰ ਮੈਂ ਕਦੇ ਇਸ ਗੱਲ ਦੇ ਵਿੱਚ ਵੀ ਨਹੀਂ ਮੰਨਿਆ ਵੀ ਮੈਂ 3 ਬੰਦਿਆਂ ਦੀ ਲਿਸਟ ਦਿੱਤੀ ਸੀ ਜੀ, ਤੁਸੀਂ ਉਹਨਾਂ ਬੰਦਿਆਂ ਨੂੰ ਜਾਂ ਰਿਜੈਕਟ ਕਰਤਾ। ਤੋ ਇਸ ਤਰ੍ਹਾਂ ਇਹ ਨਹੀਂ ਕੋਈ ਗੱਲ ਵੀ ਅਸੀਂ ਕਹਿੰਦੇ ਸੀ ਟਿਕਟਾਂ ਲੈ ਲਓ। ਸਾਡੇ ਕੋਲੇ ਕੈਂਡੀਡੇਟ ਜ਼ਿਆਦਾ ਅਤੇ ਟਿਕਟਾਂ ਘੱਟ ਸੀ। ਪਰ ਕਈ ਜਗ੍ਹਾ 'ਤੇ ਇੱਦਾਂ ਵੀ ਹੋਇਆ ਵੀ ਸਾਡੇ ਜਿਵੇਂ ਹੁਣ ਤੁਸੀਂ ਅਕਾਲੀ ਦਲ ਦੀ ਗੱਲ ਲੈ ਲਓ, ਅਕਾਲੀ ਦਲ ਨੇ ਕਿਹੜਾ 29 ਦੇ 29 ਵਾਰਡਾਂ ਦੇ ਵਿੱਚ ਸਾਰੇ ਜਿਹੜਾ ਹੈਗਾ ਕੈਂਡੀਡੇਟ ਖੜ੍ਹੇ ਕੀਤੇ ਆ। ਤਾਂ ਉਹ ਪੋਲੀਟੀਕਲ ਹਾਲਾਤਾਂ ਅਤੇ ਮੌਜੂਦਾ ਕੈਂਡੀਡੇਟ ਨੂੰ ਦੇਖ ਕੇ ਟਿਕਟ ਜਿਹੜੀ ਹੈਗੀ ਆ ਉਹਦੀ ਡਿਮਾਂਡ ਦੇ ਅਨੁਸਾਰ ਜਿਹੜੀ ਟਿਕਟ ਹੈਗੀ ਆ ਉਹਨੂੰ ਮਿਲੀ ਆ। ਤੁਸੀਂ ਕਹਿੰਦੇ ਸੁਨੀਤਾ ਗਰਗ ਬੜੇ ਦਲੇਰ ਆ, ਤੁਹਾਡਾ ਬੜੱਪਣ ਹੈ, ਅਲੱਗ ਗੱਲ ਹੈ, ਪਰ ਮੈਂ ਤਾਂ ਉਹਨਾਂ ਦੇ ਜਿਹੜੇ ਰੱਖੇ ਗਏ ਫੰਕਸ਼ਨਾਂ ਦੇ ਵਿੱਚ ਤੁਹਾਨੂੰ ਕਦੇ ਦੇਖਿਆ ਹੀ ਨਹੀਂਗਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਮੈਂ ਜਦੋਂ ਵੀ ਤੁਸੀਂ ਦੇਖੋ, ਜਦੋਂ ਉਹਨਾਂ ਦੇ ਧਰਨਾ ਲੱਗਿਆ, ਜਦੋਂ ਦਾ ਮੈਂ 2-3 ਵਾਰ ਗਿਆ ਉੱਥੇ, ਜਦੋਂ ਭੈਣ ਜੀ ਬੁਲਾਉਂਦੇ ਆ ਮੈਂ ਉੱਥੇ ਜਾਂਦਾ। ਮੇਰੇ ਕੋਲੇ ਆਪਦੇ ਰੁਝੇਵੇਂ ਆ, ਮੈਂ ਨੈਸ਼ਨਲ ਲੈਵਲ 'ਤੇ, ਸਟੇਟ ਲੈਵਲ 'ਤੇ ਜਿਹੜਾ ਜੋ ਪਾਰਟੀ ਦੇਸ਼ ਕਰਦੀ ਆ ਉਹ ਕੰਮ ਕਰਦਾ। ਭੈਣ ਜੀ ਕੋਲੇ ਆਪਦੇ ਦਾਇਿਤਵ ਹੈ ਔਰ ਜਿਹੜੇ ਉਹਨਾਂ ਦੇ ਕੋਲੇ ਦਾਇਿਤਵ ਹੈ ਇਸ ਟਾਈਮ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਉਹਨਾਂ ਦੇ ਕੋਲੇ ਹੈ। ਸਟੇਟ ਦੀ ਵੀ ਜ਼ਿੰਮੇਵਾਰੀ ਔਰ ਜ਼ਿਲ੍ਹੇ ਦੇ ਵੀ ਸਾਡੇ ਕਨਵੀਨਰ ਹੈ ਔਰ ਟਿਕਟਾਂ ਦੀ ਵੰਡ ਵੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਜਿਹੜੀ ਹੈਗੀ ਉਹ ਆਈ ਹੋਈ ਹੈ। ਅਤੇ ਉਹਦੇ 'ਚ ਪੂਰਾ ਜਿਹੜਾ ਫੁੱਲ ਐਂਡ ਫਾਈਨਲ ਸਪੋਰਟ ਹੈ। ਇੱਕ ਬੀਜੇਪੀ ਦਾ ਕਾਰਜਕਰਤਾ ਮੈਂ ਵੀ ਉਹਨਾਂ ਦਾ ਸਿਪਾਹੀ ਹਾਂ ਇਸ ਮੌਕੇ, ਕਿਉਂਕਿ ਸਾਡੇ ਕਨਵੀਨਰ ਹੈ ਜੀ ਉਹਦੇ, ਮੈਂ ਇਸ ਹਲਕੇ 'ਚ ਆਉਣਾ ਤਾਂ ਕਿਉਂਕਿ ਸਾਡੀ ਪਾਰਟੀ ਜਿਹੜੀ ਆ ਉਹ ਇਸੇ ਤਰੀਕੇ ਕੰਮ ਕਰਦੀ ਹੈ। ਤਾਂ ਇੱਕ ਕਾਰਜਕਰਤਾ ਮੈਨੂੰ ਮਿਲਾ ਕੇ ਉਹ ਉਹਨਾਂ ਦੇ ਨਾਲ ਚਟਾਨ ਵਾਂਗੂ ਖੜ੍ਹਾ ਹੈ ਔਰ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ। ਅੱਜ ਜੈਤੋ ਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਉਹ ਕੁਛ ਉਹਨਾਂ ਨੇ ਅਨਾਊਂਸ ਕੀਤੀਆਂ, ਫਰੀਦਕੋਟ ਦੀਆਂ ਅਨਾਊਂਸ ਹੋਣੀਆਂ, ਕੋਟਕਪੂਰੇ ਦੀਆਂ ਹੋਣੀਆਂ, ਔਰ ਅਸੀਂ ਪੂਰਾ ਜ਼ੋਰ ਲਾ ਕੇ ਸਾਡੇ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਤਾਵਾਂਗੇ। ਤੁਹਾਡੇ ਸੁਨੀਤਾ ਗਰਗ ਜਿਹੜੇ ਹੈਗੇ ਬੀਜੇਪੀ ਦੇ ਪੰਜਾਬ ਦੇ ਜਨਰਲ ਸੈਕਟਰੀ, ਇਹਨਾਂ ਦੀ ਗੱਡੀ 'ਤੇ ਇੱਕ ਝੰਡੀ ਲੱਗੀ ਸੀ, ਤੁਹਾਨੂੰ ਪਤਾ ਲੱਗੀ ਸੀ? ਨਹੀਂ, ਮੈਨੂੰ ਨਹੀਂ ਪਤਾ। ਲੱਗੀ ਸੀਗੀ, ਉਹ ਹੁਣ ਗਾਇਬ ਹੋ ਗਈ ਹੈ ਉੱਥੋਂ। ਕਿਵੇਂ ਦੇ ਗੱਡੀ ਦੇ ਉੱਤੇ ਝੰਡੀ ਲੱਗੀ ਸੀਗੀ ਜੋ ਤੁਹਾਡਾ ਲੋਗੋ ਹੈਗਾ ਬੀਜੇਪੀ ਦਾ, ਠੀਕ ਹੈ, ਉਹ ਝੰਡੀ ਉੱਥੋਂ ਗਾਇਬ ਹੋ ਗਈ, ਝੰਡੀ ਲਾਹਤੀ ਉਹਨਾਂ ਨੇ। ਮੈਂ ਤੁਹਾਡਾ ਮਤਲਬ ਸਮਝਦਾ ਜਨਰਲ ਸਾਹਿਬ। ਦੇਖੋ, ਘੁਮਾ ਕੇ ਗੱਲ ਨਾ ਤੁਸੀਂ ਮੇਰੇ ਨਾਲ ਕਰੋ, ਸਿੱਧੀ ਗੱਲ ਕਰੋ। ਮੈਂ ਤੁਹਾਨੂੰ ਸਪਸ਼ਟ ਜੀ ਗੱਲ ਹੀ ਦੱਸ ਦਿੰਦਾ। ਝੰਡੀਆਂ ਬਹੁਤ ਵਾਰ ਮੇਰੀ ਗੱਡੀ 'ਤੇ ਵੀ ਲੱਗੀ ਹੁੰਦੀ ਸੀ। ਕਈ ਵਾਰੀ ਹੁੰਦਾ ਇੱਦਾਂ ਕਿ ਪੁਰਾਣੀ ਹੋ ਜਾਂਦੀ ਹੈ ਝੰਡੀ, ਬਦਲ ਕੇ ਆਪਾਂ ਨਵੀਂ ਲਾਉਣੀ ਹੁੰਦੀ ਆ। ਇੰਨਾ ਸਮਾਂ ਰੁਝੇਵਿਆਂ ਦੇ ਵਿੱਚ ਨਹੀਂ ਲੱਗਦਾ। ਇਹ ਨਹੀਂ ਹੈ ਬਿਲਕੁਲ ਵੀ ਕਿ ਜੇ ਕੋਈ ਭਾਰਤੀ ਜਨਤਾ ਪਾਰਟੀ ਦਾ ਜਾਂ ਸਾਡੀ ਪਾਰਟੀ ਦਾ ਵਰਕਰ ਜਿਹੜਾ ਹੈਗਾ ਉਹ ਆਪਦੀ ਗੱਡੀ ਦੇ ਉੱਤੇ ਝੰਡੀ ਲਾ ਕੇ ਨਹੀਂ ਚੱਲੂਗਾ। ਮੈਂ ਤੁਹਾਨੂੰ ਸਪਸ਼ਟ ਇਹ ਗੱਲ ਦੱਸਦਾ, ਸਾਡੇ ਜਿਹੜੇ ਵਰਕਰ ਹੈ, ਸਾਡੇ ਜਿਹੜੇ ਕੈਂਡੀਡੇਟ ਹੈ, ਉਹ ਸਾਡੇ ਹੀ ਝੰਡੇ ਨਾਲ ਚੱਲਣਗੇ, ਸਾਡੇ ਨਿਸ਼ਾਨ 'ਤੇ ਚੋਣਾਂ ਲੜ ਰਹੇ ਆ ਔਰ ਕਮਲ ਦੇ ਫੁੱਲ ਦੇ ਨਿਸ਼ਾਨ 'ਤੇ ਹੀ ਜਿੱਤਣਗੇ ਔਰ ਉਸੇ ਨਿਸ਼ਾਨ 'ਤੇ ਹੀ ਵੋਟਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਪੈਣਗੀਆਂ। ਤਲੇ ਸਰ, ਤੁਸੀਂ ਜਿਹੜੀ ਕੰਪੇਨ ਕਰਨਗੇ ਕੈਂਡੀਡੇਟ ਬੀਜੇਪੀ ਦੇ ਮਿਊਨਿਸਪਲ ਇਲੈਕਸ਼ਨ ਚੋਣਾਂ ਦੇ ਵਿੱਚ, ਤੁਸੀਂ ਨਾਲ ਕੰਪੇਨ ਕਰੋਗੇ ਉਹਨਾਂ ਦੇ ਨਾਲ? ਨਹੀਂ, ਬਿਲਕੁਲ। ਮੈਂ ਜਿੱਥੇ ਮੈਂ ਹਾਜ਼ਰ ਰਿਹਾ ਮੈਂ ਜ਼ਰੂਰ ਜਾਊਂਗਾ। ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਡਿਊਟੀ ਜਿਹੜੀ ਹੈ ਜੰਮੂ ਕਸ਼ਮੀਰ 'ਚ, ਯੂਪੀ 'ਚ, ਉੱਤਰਾਖੰਡ 'ਚ ਕਈ ਥਾਵਾਂ 'ਤੇ ਮਤਲਬ ਕਿ ਮੈਂ ਕੰਮ ਕਰ ਰਿਹਾ। ਤੋਂ ਕਈ ਥਾਵਾਂ 'ਤੇ ਪਾਰਟੀ ਨੇ ਵੀ ਡਿਊਟੀ ਦਿੱਤੀ ਹੋਈ ਹੈ। ਹੁਣ ਜਿਹੜਾ ਹੈਗਾ ਜਿਸ ਤਰੀਕੇ ਦੀ ਮੈਨੂੰ ਮਿਲੇਗੀ, ਜਾਂ ਭੈਣ ਜੀ ਜੋ ਦੇਸ਼ ਐਜ਼ ਏ ਕਨਵੀਨਰ ਇੱਥੇ ਦੇਸ਼ ਕਰਨਗੇ, ਮੈਂ ਉੱਥੇ ਹਾਜ਼ਰ ਹੋਊਂਗਾ। ਮੈਨੂੰ ਕੀ ਪ੍ਰੋਬਲਮ ਹੈ? ਜੋ ਜਿੱਥੇ ਮੇਰੇ ਕੋਲ ਸਮਾਂ ਹੋਊਗਾ ਮੈਂ ਜਾਊਂਗਾ ਔਰ ਪੂਰਾ ਜ਼ੋਰ ਲਾ ਕੇ ਸਾਰੇ ਕੈਂਡੀਡੇਟਾਂ ਨੂੰ ਜਿਤਾਵਾਂਗੇ। ਸੁਨੀਤਾ ਗਰਗ ਦਾ ਅਤੇ ਤੁਹਾਡਾ ਜਿਹੜਾ ਹੈਗਾ, ਤੁਹਾਡੇ ਬੀਜੇਪੀ ਦੇ ਕੁਝ ਬੰਦੇ ਸਾਨੂੰ ਦੱਸਦੇ ਆ ਕੋਈ ਤੁਹਾਡਾ ਆਪਸ ਦੇ ਵਿੱਚ ਬਾਹਲਾ ਤਾਲਮੇਲ ਨਹੀਂ ਹੈਗਾ, ਪਰ ਤੁਸੀਂ ਨਾਲ ਚੱਲੋਗੇ ਉਹਨਾਂ ਦੇ? ਨਹੀਂ, ਇਸ ਤਰ੍ਹਾਂ ਦੇਖੋ, ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆ ਕਿ ਭੈਣ ਜੀ ਦੀ ਅਗਵਾਈ ਵਿੱਚ ਚੱਲਣਾ ਮਾਣ ਦੀ ਗੱਲ ਹੈ, ਸ਼ਾਨ ਦੀ ਗੱਲ ਹੈ ਔਰ ਸਾਨੂੰ ਜੇ ਉਹ ਅੱਗੇ ਹੋ ਕੇ ਚੱਲ ਰਹੇ ਆ, ਅਸੀਂ ਉਹਨਾਂ ਨੂੰ ਕਿਤੇ ਵੀ ਉਹਨਾਂ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਔਰ ਪੂਰੀ ਸਪੋਰਟ ਕਰਾਂਗੇ ਔਰ ਜਿੰਨੇ ਕੈਂਡੀਡੇਟ ਵੀ ਉਹਨਾਂ ਨੇ ਖੜ੍ਹੇ ਕੀਤੇ ਸਭ ਨੂੰ ਜਿਤਾਵਾਂਗੇ। ਸੋ ਇਹ ਸਨ ਕੁਲਦੀਪ ਸਿੰਘ ਧਾਰੀਵਾਲ, ਜਿਨ੍ਹਾਂ ਨੇ ਦੱਸਿਆ ਕਿ ਇਲੈਕਸ਼ਨ ਨੂੰ ਲੈ ਕੇ ਸਾਡੇ ਕੋਲੇ
ਮੁੱਦੇ ਵੀ ਬਥੇਰੇ ਔਰ ਸਾਡੇ ਜਿਹੜੇ ਜਿੰਨੇ ਵੀ ਖੜਾਏ ਗਏ ਕੈਂਡੀਡੇਟ ਉਹ ਜ਼ਰੂਰ ਜਿੱਤਣਗੇ। ਹਾਲਾਂਕਿ ਜਿਹੜਾ ਹੈ ਇਹਨਾਂ ਵੱਲੋਂ ਕਿਹਾ ਗਿਆ ਕਿ ਬੀਜੇਪੀ ਦੇ ਜਿੰਨੇ ਵੀ ਕੈਂਡੀਡੇਟ ਜਿਹੜੇ ਹੈਗੇ ਆ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂਗਾ, ਕੋਈ ਸਾਨੂੰ ਕਿਸਾਨਾਂ ਦਾ ਕੋਈ ਇਸ ਤਰ੍ਹਾਂ ਦਾ ਫਰਕ ਨਹੀਂ ਪਊਗਾ ਕਿ ਉਹ ਜਿਹੜੇ ਕਾਨੂੰਨ ਬਣੇ ਆ ਬਹੁਤ ਵਧੀਆ ਕਾਨੂੰਨ ਹੈ। ਸੋ ਇਹ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਨੂੰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿੱਤ ਮਿਲਦੀ ਹੈ। ਮੈਂ ਸੁਨੀਲ ਜਿੰਦਲ, CCP ਨਿਊਜ਼, ਕੋਟਕਪੂਰਾ।